Please, can you look at on the back? He's done the same thing when we are departure and we are landing now. This is a very dangerous. We pay $5,000 for the ticket, not for this service. And airline threatening us. And that's the business seat. Guys, you heard something that time? You heard that time? Yep. What happened? Money trying to kick you guys off the plane. They're threatening us? Yep. तो मैं उन्होंने एयर इंडिया वालों ਨੂੰ ਕੰਪਲੇਂਟ ਕੀਤੀ ਵੀ ਮੇਰੀ ਸੀਟ ਕੰਮ ਨਹੀਂ ਕਰ ਰਹੀ ਤੇ ਨਾਲ ਹੀ ਮੇਰੇ ਬ੍ਰਦਰ ਬੈਠੇ ਸੀਗੇ ਉਹਨੇ ਇੱਕ ਟੈਕਨੀਸ਼ੀਅਨ ਨੂੰ ਸੱਦਿਆ ਉਹਨ ਕੀ ਕੀਤਾ ਮੇਰੀ ਵਾਲੀ ਸੀਟ ਠੀਕ ਕਰਤੀ ਤਾਂ ਉਹਦੇ ਵਾਲੀ ਨੂੰ ਪ੍ਰੋਬਲਮ ਸ਼ੁਰੂ ਹੋ ਗਈ ਅਸੀਂ ਸੇਮ ਟਾਈਮ ਉਹਨਾਂ ਨੂੰ ਕਿਹਾ ਵੀ ਸਾਡੀ ਹੁਣ ਤੁਸੀਂ ਇੱਕ ਸੀਟ ਠੀਕ ਕਰਤੀ ਦੂਜੀ ਨਹੀਂ ਕੰਮ ਕਰ ਰਹੀ ਫਿਰ ਉਹ ਬੰਦਾ ਆਇਆ ਉਹਨ ਆਉਂਦੇ ਨੇ ਥ੍ਰੈਟ ਕਰਨਾ ਸ਼ੁਰੂ ਕਰਤਾ ਇਹ ਇੰਡੀਆ ਦੇ ਵਿੱਚ ਹੀ ਚੜ੍ਹਨ ਤੋਂ ਪਹਿਲਾਂ ਚੜ੍ਹਨ ਤੋਂ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਜਿੱਦਾਂ ਥਰਡ ਪਾਇਲਟ ਹੁੰਦਾ ਹੋਵੇ ਉਹਦਾ ਜੀ ਬਿਲਕੁਲ ਥ੍ਰੈਟਿੰਗ ਸੀਗੀ ਵੀ ਜੇ ਤੁਸੀਂ ਨਹੀਂ ਆਪਣੇ ਆਪ ਉਤਰਨਾ ਤਾਂ ਅਸੀਂ ਸਿਕਿਉਰਿਟੀ ਬੁਲਾ ਕੇ ਤਾਂ ਤੁਹਾਨੂੰ ਉਤਾਰ ਦਿੰਦੇ ਹਾਂ ਵੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡੀ ਪੋਜੀਸ਼ਨ ਕੀ ਆ ਤਾਂ ਤੁਹਾਡਾ ਨੇਮ ਕੀ ਆ ਉਹ ਕੁੜੀ ਨੇ ਨਾ ਉਹਨਾਂ ਆਪਣਾ ਨੇਮ ਦੱਸਿਆ ਉੱਦਾਂ ਸੌਰੀ ਕਰੀ ਜਾਂਦੀ ਮੈਂ ਕਹਿੰਦਾ ਸੈਕੰਡ ਪਰਸਨ ਜਿਹੜਾ ਥ੍ਰੈਟ ਕਰ ਰਿਹਾ ਸੀਗਾ ਮੈਨੂੰ ਦਿੱਲੀ 에ਅਰਪੋਰਟ ਦੇ ਉੱਤੇ ਕਿ ਤੁਹਾਨੂੰ ਆਪਾਂ ਪੁੱਲ ਕਰ ਦਿੰਦੇ ਹਾਂ 에ਅਰਪੋਰਟ ਪਲੇਨ ਦੇ ਵਿੱਚੋਂ ਉਹਨਾਂ ਦਾ ਨਾਂ ਤੇ ਪੋਜੀਸ਼ਨ ਕੀ ਆ ਫਿਰ ਉਹਨੇ ਇੱਕ ਹੋਰ ਬੰਦੇ ਨੂੰ ਘੱਲਿਆ ਇੱਕ ਲੈਟਰ ਜਿਹਾ ਦੇ ਕੇ ਜਿਹਦੇ ਉੱਤੇ ਲਿਖਿਆ ਸੀਗਾ ਵੀ ਅਸੀਂ ਤੁਹਾਨੂੰ ਸਿਕਿਉਰਿਟੀ ਬਾਰਡਰ ਦੇ ਆਪਣੇ ਕਰ ਸਕਦੇ ਹਾਂ ਤੁਸੀਂ ਬਾਈ ਲਾਅ ਗਲਤ ਆ ਹਾਲਾਂਕਿ ਕੋਈ ਗਲਤ ਨਹੀਂ ਆਪਾਂ ਇੱਕ ਸੀਟ ਲਈ ਰਿਕੁਐਸਟ ਕਰ ਰਹੇ ਹਾਂ ਸੋ ਮੈਨੂੰ ਆਪਣੇ ਤਕਰੀਬਨ ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਆਪੇ 7 ਬੰਦਿਆਂ ਨੇ ਮੈਨੂੰ ਆਪਣੇ ਸੀਟ ਨੰਬਰ ਆਪਣੇ ਨੇਮ ਆਪਣੇ ਫੋਨ ਨੰਬਰ ਦੇ ਕੇ ਗਏ ਆ ਵੀ ਜਦੋਂ ਵੀ ਸਾਡੀ ਹੈਲਪ ਦੀ ਲੋੜ ਪਵੇ ਤਾਂ ਅਸੀਂ ਤੁਹਾਡੇ ਨਾਲ ਆ ਵੀ ਬਿਲਕੁਲ ਇਹ ਅਨਫੇਅਰ ਹੋ ਰਿਹਾ ਸੋ ਲੀਗਲੀ ਤੌਰ ਤੇ ਨੋਟਿਸ ਜਾਏਗਾ ਤਾਂ ਉਹਦਾ ਪ੍ਰੋਪਰ ਆਨਸਰ ਆਏਗਾ ਕੀ ਆ ਉਹ ਜਵਾਬ ਦੇਣਾ ਪਊਗਾ ਉਹਨਾਂ ਨੂੰ ਦੱਸਣਾ ਪਊਗਾ ਅਸੀਂ ਦੋਹਾਂ ਬ੍ਰਦਰਾਂ ਨੇ ਬਹੁਤ ਇਨਸਲਟ ਫੀਲ ਕੀਤੀ ਆ ਸਾਨੂੰ 400 ਬੰਦੇ ਦੇ ਸਾਹਮਣੇ ਪੁਲਿਸ ਸੱਦ ਕੇ ਸਾਨੂੰ ਪਲੇਨ ਤੋਂ ਬਾਹਰ ਲੈ ਕੇ ਜਾ ਰਹੇ ਆ ਸਾਡਾ ਕਸੂਰ ਕੀ ਆ ਸਾਡਾ ਕਸੂਰ ਇਹ ਆ ਵੀ ਅਸੀਂ ਇਹਨਾਂ ਨੂੰ ਬਿਜ਼ਨਸ ਦਿੱਤਾ ਮੇਰਾ ਬ੍ਰਦਰ ਜੇ ਸੀਟ ਤੇ ਬੈਠਾ ਸੀਗਾ ਨਾ ਡਿਪਾਰਚਰ ਵੇਲੇ ਤਾਂ ਨਾ ਅਰਾਈਵਿੰਗ ਵੇਲੇ ਉਹਦੇ ਸੀਟ ਬੈਲਟ ਹੀ ਹੈ ਨਹੀਂਗੀ ਸੀਟ ਤੇ ਸੀਟ ਬੈਲਟ ਵੀ ਹੈ ਨਹੀਂ ਬੈਲਟ ਹੈਗੀ ਲੱਗ ਨਹੀਂ ਰਹੀ ਮਤਲਬ ਸਟਕ ਹੋਈ ਹੋਈ ਕਿਉਂਕਿ ਜਿਹੜਾ ਆਪਣੇ ਸੀਟ ਆ ਉਹ ਆਪਣੀ ਪੋਜੀਸ਼ਨ ਚੇਂਜ ਕਰ ਗਈ ਜੋ ਆ ਤੁਸੀਂ ਸੀਟ ਨਹੀਂ ਲਾ ਬੈਲਟ ਨਹੀਂ ਲਾ ਸਕਦੇ ਸਤਿ ਸ਼੍ਰੀ ਅਕਾਲ ਮੈਂ ਭੁਪਿੰਦਰ ਗਰੇਵਾਲ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਅਸੀਂ ਮਿਸੀਸਾਗਾ ਏਰੀਏ ਦੇ ਵਿੱਚ ਬੈਠੇ ਹਾਂ ਜਿੱਥੇ ਸਾਡੇ ਨਾਲ ਮਨਿਆਸ ਜੀ ਨੇ ਇਹਨਾਂ ਤੋਂ ਪੁੱਛਦੇ ਹਾਂ ਵੀ ਇਹਨਾਂ ਨਾਲ ਨਾ ਅਕਸਰ ਆਪਾਂ ਦੇਖਣ ਨੂੰ ਮਿਲਦਾ ਵੀ ਜਦੋਂ ਆਪਾਂ ਇੰਡੀਆ ਤੋਂ ਕਿਤੇ ਜਾਂਦੇ ਹਾਂ ਜਾਂ ਇੱਥੋਂ ਇੰਡੀਆ ਨੂੰ ਜਾਂਦੇ ਹਾਂ ਕੈਨੇਡਾ ਤੋਂ ਅਕਸਰ ਹੀ ਜਦੋਂ ਕੋਈ ਸੀਟਾਂ ਦੀ ਲੈ ਕੇ ਕੋਈ ਕਿਹਾ ਸੁਣੀ ਹੋ ਜਾਂਦੀ ਹੈ ਕੋਈ ਬਿਜ਼ਨਸ ਕਲਾਸ ਦੇ ਵਿੱਚ ਕੋਈ ਜਿਹੜੀ ਸੀਟ ਆ ਨਹੀਂ ਦੇਣੀ ਉਹ ਦੇਣੀ ਆ ਪਰ ਇਹਨਾਂ ਨਾਲ ਇੱਕ ਅਨੋਖੀ ਹੀ ਘਟਨਾ ਹੋਈ ਹੈ ਇਹਨਾਂ ਤੋਂ ਪੁੱਛਦੇ ਹਾਂ ਸੋ ਪਹਿਲਾਂ ਤਾਂ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਸੋ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਕੀ ਹੋਇਆ ਜੀ ਜਿਵੇਂ ਤੁਸੀਂ ਦੱਸਿਆ ਸੀ ਮੈਨੂੰ ਉਵੇਂ ਮਾੜਾ ਜਿਹਾ ਦਰਸ਼ਕਾਂ ਨੂੰ ਦੱਸੋ ਵੀ ਕਿੱਦਾਂ ਇਹ ਹੋਇਆ ਔਰ ਕਿੱਥੋਂ ਤੁਸੀਂ ਚੱਲੇ ਸੀ ਔਰ ਕੀ ਹੈਪਨ ਹੋਈ ਜੀ ਅਸੀਂ ਇੱਥੋਂ ਟੋਰਾਂਟੋ ਤੋਂ ਇੰਡੀਆ ਗਏ ਸੀਗੇ ਆਪਣੇ 6 ਮਾਰਚ ਨੂੰ ਤੇ ਵਾਪਸੀ ਸਾਡੀ ਸੀਗੀ 1 ਅਪ੍ਰੈਲ ਨੂੰ ਸਾਡੇ ਕੋਲ ਬਿਜ਼ਨਸ ਕਲਾਸ ਦੀਆਂ ਟਿਕਟਾਂ ਸੀਗੀਆਂ ਸੋ ਸਾਡੀ ਬੋਰਡਿੰਗ ਜਿਹੜੀ ਆ ਉਹ ਅੰਮ੍ਰਿਤਸਰ ਤੋਂ ਹੋਈ ਤੋਂ ਜਦੋਂ ਆਪਾਂ ਦਿੱਲੀ ਆਏ ਆ ਨਾ ਦਿੱਲੀ ਸੀਟਾਂ ਤੇ ਆ ਕੇ ਬੈਠੇ ਆ ਤਾਂ ਮੈਂ ਦੇਖਿਆ ਮੇਰੀ ਸੀਟ ਕੰਮ ਨਹੀਂ ਸੀ ਕਰ ਰਹੀ ਤੋਂ ਮੈਂ ਉਹਨਾਂ ਨੂੰ 에ਅਰ ਇੰਡੀਆ ਵਾਲਿਆਂ ਨੂੰ ਕੰਪਲੇਂਟ ਕੀਤੀ ਵੀ ਮੇਰੀ ਸੀਟ ਕੰਮ ਨਹੀਂ ਕਰ ਰਹੀ ਤੇ ਨਾਲ ਹੀ ਮੇਰੇ ਬ੍ਰਦਰ ਬੈਠੇ ਸੀਗੇ ਉਹਨੇ ਇੱਕ ਟੈਕਨੀਸ਼ੀਅਨ ਨੂੰ ਸੱਦਿਆ ਉਹਨ ਕੀ ਕੀਤਾ ਮੇਰੀ ਵਾਲੀ ਸੀਟ ਠੀਕ ਕਰਤੀ ਤਾਂ ਉਹਦੇ ਵਾਲੀ ਨੂੰ ਪ੍ਰੋਬਲਮ ਸ਼ੁਰੂ ਹੋ ਗਈ ਅਸੀਂ ਸੇਮ ਟਾਈਮ ਉਹਨਾਂ ਨੂੰ ਕਿਹਾ ਵੀ ਸਾਡੀ ਹੁਣ ਤੁਸੀਂ ਇੱਕ ਸੀਟ ਠੀਕ ਕਰਤੀ ਦੂਜੀ ਨਹੀਂ ਕੰਮ ਕਰ ਰਹੀ ਮਤਲਬ ਮੈਂ ਤੁਹਾਨੂੰ ਟੋਕ ਰਿਹਾ ਵਿੱਚੋਂ ਤੁਸੀਂ 2 ਜਾਣੇ ਸਫ਼ਰ ਕਰ ਰਹੇ ਸੀਗੇ ਜੀ ਮੈਂ ਤੇ ਮੇਰਾ ਵੱਡਾ ਬ੍ਰਦਰ ਅੱਛਾ ਉਹਨਾਂ ਨੂੰ ਨਹੀਂ ਪਤਾ ਸੀ ਉਹਨਾਂ ਨੇ ਮਤਲਬ ਉਧਰੋਂ ਖਰਾਬ ਕਰਕੇ ਜਾਂ ਇੱਧਰ ਆਪਣੇ ਠੀਕ ਕਰਤੀ ਉਹਨਾਂ ਨੂੰ ਇਸ ਗੱਲ ਦੀ ਨੌਲੇਜ ਨਹੀਂ ਸੀ ਵੀ ਉਹ ਤੁਹਾਡੇ ਨਾਲ ਹੀ ਨੇ ਐਗਜ਼ੈਕਟਲੀ ਉਹਨਾਂ ਦਾ ਆਈਡੀਆ ਕੀ ਹੋਏਗਾ ਜੋ ਮੇਰੀ ਆਪਣੇ ਸੋਚ ਕਹਿੰਦੀ ਆ ਵੀ ਜਦੋਂ ਇੱਥੋਂ ਪਲੇਨ ਫਲਾਈ ਕਰ ਜਾਏਗਾ ਉਹ ਕੰਪਲੇਂਟ ਕਰੇਗਾ ਉਹਨੂੰ ਕਹਾਂਗੇ ਤੇ ਪਹਿਲਾਂ ਕਦੇ ਨਹੀਂ ਦੱਸਿਆ ਆਪਾਂ ਉਹ ਠੀਕ ਕਰਾਉਂਦੇ ਸੋ ਇਹ ਚੈੱਕ ਅਸੀਂ ਕਾਹਤੇ ਕੀਤੀ ਸੀਗੀ ਜਿੱਦਣ ਅਸੀਂ ਗਏ ਆ ਇੰਡੀਆ ਨੂੰ ਇੱਕ ਕਾਫੀ ਬਿਰਧ ਲੇਡੀ ਸੀਗੀ ਉਹਦੇ ਨਾਲ ਸੇਮ ਪ੍ਰੋਬਲਮ ਹੋ ਰਹੀ ਸੀਗੀ ਉਹਨੂੰ ਹਰ 15-20 ਮਿੰਟ ਘੰਟੇ ਬਾਅਦ ਜਦੋਂ ਵੀ ਕੋਈ ਖਾਣਾ ਜਾਂ ਲਿਟਣਾ ਆ ਤਾਂ ਉਹ ਸੀਟ ਮੂਵ ਆਪਣੇ ਮੈਨੂਅਲੀ ਸਹੀ ਕਰਦੇ ਸੀ ਉਹਦੀ
ਸੋ ਅਸੀਂ ਰਾਈਟ ਵੇ ਚੈੱਕ ਕਰਨ ਲਈ ਤੇ ਚਲੋ ਕਹਿੰਦੇ ਜੀ ਦੁਬਾਰਾ ਅਸੀਂ ਟੈਕਨੀਸ਼ੀਅਨ ਨੂੰ ਫਿਰ ਦੁਬਾਰਾ ਬੁਲਾ ਲੈਂਦੇ ਆ, ਪਰ ਉਹ ਨਾ ਠੀਕ ਹੋਣ ਵਾਲੀ ਸੀ, ਨਾ ਟੈਕਨੀਸ਼ੀਅਨ ਨੇ ਆਉਣਾ ਸੀਗਾ। ਇਹ 에ਅਰਲਾਈਨ ਕਿਹੜੀ ਸੀਗੀ ਜੀ? ਏਅਰ ਇੰਡੀਆ। 에ਅਰ ਇੰਡੀਆ। ਅੱਛਾ ਹਾਂਜੀ, ਆਪਣੇ ਉਹ ਤੋਂ ਬਾਅਦ 'ਚ ਉਹ ਕਹਿੰਦੇ ਜੀ ਵੀ ਇਹ ਨਹੀਂ ਸਹੀ ਨਹੀਂ ਹੋਣੀ ਹੈਗੀ, ਤਾਂ ਇਹੀ ਸੀਟ ਤੇ ਤੁਹਾਨੂੰ ਜਾਣਾ ਪਵੇਗਾ। ਅਸੀਂ ਉਹਨਾਂ ਨੂੰ ਕੰਪਲੇਂਟ ਕੀਤੀ ਵੀ ਇੰਨੇ ਅਸੀਂ ਪੈਸੇ ਲਾਏ ਆ, ਸੋ ਸਾਨੂੰ ਪ੍ਰੋਪਰ ਸੀਟ ਮਿਲਣੀ ਚਾਹੀਦੀ ਆ। ਉਹ ਕਹਿੰਦੇ ਜੀ ਅਨਫੋਰਚੂਨਟਲੀ ਵੀ ਇਹੀ ਸੀਟ ਹੈ, ਜੇ ਤੁਸੀਂ ਅੱਜ ਟਰੈਵਲ ਕਰਨਾ ਚਾਹੁੰਦੇ ਠੀਕ ਆ, ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਪਲੇਨ 'ਚੋਂ ਉਤਰ ਸਕਦੇ ਆ। ਸੋ ਅਸੀਂ ਉਹਨਾਂ ਨੂੰ ਫਿਰ ਦੁਬਾਰਾ ਕਿਹਾ ਵੀ 6 ਸੀਟਾਂ ਸਾਈਡ ਦੇ ਉੱਤੇ ਖਾਲੀ ਪਈਆਂ ਨੇ, ਸਾਨੂੰ ਇਹਨਾਂ 'ਚੋਂ ਇੱਕ ਸੀਟ ਦੇ ਦਿਓ। ਜੇ ਤੁਸੀਂ ਨਹੀਂ ਕੰਫਰਟੇਬਲ ਫੀਲ ਕਰਦੇ ਸਾਨੂੰ 2 ਉਧਰ ਸੀਟਾਂ ਦੇ ਦਿਓ। ਤੁਸੀਂ ਐਦਾਂ ਕਰੋ, ਕਹਿੰਦੇ ਜੀ ਮੈਨੂਅਲੀ ਜਿੰਨੀ ਵਾਰੀ ਵੀ ਤੁਹਾਨੂੰ ਫਲਾਈਟ ਐਂਡ ਤੱਕ ਲੋੜ ਪਵੇਗੀ ਹੈਲਪ ਦੀ, ਅਸੀਂ ਮੈਨੂਅਲ ਆ ਕੇ ਉਹਨੂੰ ਠੀਕ ਕਰਾਂਗੇ। ਤਾਂ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਐਦਾਂ ਕਰੋ ਵੀ ਜਿਹੜੀਆਂ 6 ਸੀਟਾਂ ਸਾਨੂੰ ਇਹ ਦੇ ਦਿਓ। ਕਹਿੰਦੇ ਜੀ ਇਹ ਬੋਟ ਕਰੂ ਲਈ ਆ। ਤਾਂ ਮੈਂ ਕਿਹਾ ਤੁਸੀਂ ਬੋਟ ਕਰੂ ਨੂੰ ਆ ਦੇ ਦਿਓ ਸੀਟ, ਉਹ ਆਪੇ ਠੀਕ ਕਰ ਲਿਆ ਕਰੇਗਾ, ਆਪੇ ਬੈਠੇ ਰਹਿਣਗੇ। ਅਭੀ ਬਜਾਏ ਸਾਡੇ ਲਈ ਆਊਗਾ, ਉਹ ਤੁਸੀਂ ਉਹੀ ਸਾਨੂੰ ਪ੍ਰੋਵਾਈਡ ਕਰ ਦਿਓ ਤਾਂ ਕਿ ਅਸੀਂ ਇਸ ਜਿਹੜੀ ਕਿਚ ਤੋਂ ਪਰਾਂ ਹੋਈਏ। ਬਿਲਕੁਲ। ਸੋ ਉਹਨੇ ਕਿਹਾ ਵੀ ਨਹੀਂ ਜੀ ਇਹ ਲੌਂਗ ਫਲਾਈਟ ਹੈ, ਜਿਹੜਾ ਬੋਟ ਕਰੂ ਆ ਉਹਦੇ ਵਾਸਤੇ ਵੈਰੀ ਇੰਪੋਰਟੈਂਟ ਆ ਪ੍ਰੋਪਰ ਰੈਸਟ ਲੈਣੀ। ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਜਿਸ ਬੰਦੇ ਨੇ ਇੰਨੇ ਪੈਸੇ ਖਰਚੇ ਆ ਬਿਜ਼ਨਸ ਕਲਾਸ ਲਈ, ਉਹਨਾਂ ਲਈ ਇੰਪੋਰਟੈਂਟ ਨਹੀਂ ਹੈਗਾ। ਸੋ ਬੇਸਿਕਲੀ ਫਿਰ ਉਹ ਤੋਂ ਬਾਅਦ 'ਚ ਇੱਕ ਹੋਰ ਬੰਦਾ ਆਇਆ। ਪਹਿਲਾਂ ਤਾਂ ਕੁੜੀ ਆ ਕੇ ਸੌਰੀ ਵਗੈਰਾ ਕਰ ਰਹੀ ਸੀਗੀ, ਫਿਰ ਉਹ ਬੰਦਾ ਆਇਆ, ਉਹਨ ਆਉਂਦੇ ਨੇ ਥ੍ਰੈਟ ਕਰਨਾ ਸ਼ੁਰੂ ਕਰਤਾ। ਇਹ ਇੰਡੀਆ ਦੇ ਵਿੱਚ ਹੀ ਚੜਨ ਤੋਂ ਪਹਿਲਾਂ ਚੜ੍ਹਨ ਤੋਂ ਪਹਿਲਾਂ ਮੈਨੂੰ ਲੱਗਦਾ ਸੀਗਾ ਵੀ ਜਿੱਦਾਂ 3rd ਪਾਇਲਟ ਹੁੰਦਾ ਉਹ। ਠੀਕ ਹੈ ਜੀ। ਉਹਦਾ ਜੀ ਬਿਲਕੁਲ ਥ੍ਰੈਟਿੰਗ ਸੀਗੀ ਵੀ ਜੇ ਤੁਸੀਂ ਨਹੀਂ ਆਪਣੇ ਆਪ ਉਤਰਨਾ ਤਾਂ ਅਸੀਂ ਸਿਕਿਉਰਿਟੀ ਬੁਲਾ ਕੇ ਤਾਂ ਤੁਹਾਨੂੰ ਉਤਾਰ ਦਿੰਦੇ ਆ। ਜੋ ਮਿਸਵੇਵ ਅੱਗੇ ਵੀ ਆਪਾਂ ਸੁਣੀ ਤਾਂ ਸੇਮ ਲਾਈਕ ਉਦਾਂ ਸੇਮ ਉਦਾਂ ਹੀ। ਸੋ ਮੈਂ ਜਦੋਂ ਦੇਖਿਆ ਵੀ ਉਹਨੂੰ ਕਿਹਾ ਦੂਜਿਆਂ ਨੂੰ ਵੀ ਬੈਟਰ ਆਈਡੀਆ ਕਾਲ ਸਿਕਿਉਰਿਟੀ ਐਂਡ ਪੁੱਲ ਆਊਟ ਬਣ ਗਏ। ਸੋ ਮੈਂ ਫਿਰ ਆਪਣੇ ਬ੍ਰਦਰ ਨੂੰ ਕਿਹਾ, ਮੈਂ ਕਿਹਾ ਆਪਾਂ ਦਿੱਲੀ ਬੈਠੇ ਆ, ਇਸ ਸਿਚੁਏਸ਼ਨ ਦੇ ਵਿੱਚ ਆਪਾਂ ਨੇ ਨਹੀਂ ਜਾਣਾ, ਤੂੰ ਇਦਾਂ ਕਰ ਆਪਣੀ ਸੀਟ ਤੇ ਆ ਜਾ, ਆਪਾਂ ਇਹਨਾਂ ਨਾਲ ਜਾ ਕੇ ਟੋਰਾਂਟੋ ਗੱਲ ਕਰਾਂਗੇ। ਚਲੋ ਉੱਥੋਂ ਆਪਾਂ ਬਿਲਕੁਲ ਸਮੂਥਲੀ ਆ ਗਏ ਆ। ਜਦੋਂ 2 ਘੰਟੇ ਰਹਿੰਦੇ ਸੀਗੇ ਫਲਾਈਟ ਇੱਥੇ ਲੈਂਡ ਕਰਨੇ 'ਚ, ਤਾਂ ਮੈਂ ਉਹਨੂੰ 에ਅਰ ਹੋਸਟਸ ਨੂੰ ਕਿਹਾ ਵੀ ਤੁਸੀਂ ਮੈਨੂੰ ਕਿਸੇ ਦੇ ਨਾਲ ਮਿਲਾਓ ਜਿਹੜਾ ਕਿ ਇਸ ਸੀਨੀਅਰ ਆ, ਜਿਹੜਾ ਇਸ ਫਲਾਈਟ ਦਾ ਰਿਸਪੌਂਸਿਬਲ ਪਰਸਨ ਹੈ ਕੋਈ। ਉਹ ਲੇਡੀ ਫਿਰ ਉਹੀ ਆ ਗਈ। ਸੋ ਮੈਂ ਉਹਦੇ ਨਾਲ ਗੱਲ ਕੀਤੀ। ਪਹਿਲਾਂ ਤਾਂ ਮੈਨੂੰ ਇਹ ਕਿਹਾ, ਮੈਂ ਕਿਹਾ ਤੇਰੀ ਲੱਗੇ ਰਿਕਾਰਡਿੰਗ ਕਰਨ, ਆਹ ਸੀਟ ਦੱਸੋ ਵੀ ਬਿਜ਼ਨਸ ਕਲਾਸ ਸੀਟ ਆ। ਸੋ ਉਹ ਫਿਰ ਉਹੀ ਦੁਬਾਰਾ ਸੌਰੀ ਸੌਰੀ ਸੌਰੀ। ਮੈਂ ਕਿਹਾ ਸੌਰੀ ਡਜ਼ਨਟ ਹੈਲਪ ਸਮਥਿੰਗ। ਨਹੀਂ, ਅਸੀਂ ਇੰਨੇ ਪੈਸੇ ਦਿੱਤੇ ਆ ਵੀ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੀ ਪੋਜੀਸ਼ਨ ਕੀ ਆ ਤਾਂ ਤੁਹਾਡਾ ਨੇਮ ਕੀ ਆ। ਉਹ ਕੁੜੀ ਨੇ ਨਾ ਉਹਨੇ ਆਪਣਾ ਨੇਮ ਦੱਸਿਆ, ਉੱਦਾਂ ਸੌਰੀ ਸੌਰੀ ਕਰੀ ਜਾਂਦੀ। ਮੈਂ ਕਿਹਾ ਦਾ ਸੈਕੰਡ ਪਰਸਨ ਜਿਹੜਾ ਥ੍ਰੈਟ ਕਰ ਰਿਹਾ ਸੀਗਾ ਮੈਨੂੰ ਦਿੱਲੀ 에ਅਰਪੋਰਟ ਦੇ ਉੱਤੇ ਵੀ ਤੁਹਾਨੂੰ ਆਪਾਂ ਪੁੱਲ ਕਰ ਦਿੰਦੇ 에ਅਰਪੋਰਟ ਪਲੇਨ ਦੇ ਵਿੱਚੋਂ, ਉਹਨਾਂ ਦਾ ਨਾਂ ਤੇ ਪੋਜੀਸ਼ਨ ਕੀ ਆ। ਚਲੋ ਫਿਰ ਐਕਸਕਿਊਜ਼ ਉਹ ਸੌਰੀ ਸੌਰੀ ਕਰ ਰਹੀ, ਤੇ ਜਦ ਨੂੰ ਉਹ ਫਿਰ ਆਪਣੇ ਉਹੀ ਬੰਦਾ ਆ ਗਿਆ ਜਿਹੜਾ ਮੈਨੂੰ ਥ੍ਰੈਟ ਕਰ ਰਿਹਾ ਸੀਗਾ। ਸੋ ਉਹ ਕਹਿੰਦਾ ਵੀ ਤੁਸੀਂ, ਉਹ ਕੁੜੀ ਚਲੀ ਗਈ। ਸੌਰੀ, ਜਦੋਂ ਕੁੜੀ ਸਾਡੇ ਨਾਲ ਗੱਲ ਕਰ ਰਹੀ ਸੀ ਨਾ, ਤਾਂ 2 ਸੀਟਾਂ ਵਾਲੇ ਹੋਰ ਉੱਠ ਕੇ ਆ ਗਏ। ਵੀ ਉਹਨਾਂ ਦੀਆਂ ਵੀ ਖਰਾਬ। ਐਗਜ਼ੈਕਟਲੀ ਵੀ ਸਾਡੀ ਵੀ ਆਹੀ ਪ੍ਰੋਬਲਮ ਆ। ਉਹ ਜਦੋਂ ਕੁੜੀ ਨੇ ਦੇਖਿਆ ਵੀ ਜ਼ਿਆਦਾ ਇਕੱਠੇ ਹੋਣ ਲੱਗ ਪਏ, ਕੁੜੀ ਚਲ ਗਈ। ਉਹਨੇ ਜਾ ਕੇ ਦੱਸਿਆ ਉਹਨੂੰ ਵੀ ਸਾਡੀ ਰਿਕਾਰਡਿੰਗ ਕੀਤੀ ਆ। ਸੋ ਉਹ ਆਇਆ, ਕਹਿੰਦਾ ਯੂ ਡਿਡ ਰਿਕਾਰਡਿੰਗ। ਮੈਂ ਕਿਹਾ ਯੈਸ ਆਈ ਡਿਡ। ਕਹਿੰਦਾ ਯੂ ਹੈਵ ਟੂ ਬੀ ਡਿਲੀਟਡ। ਮੈਂ ਕਿਹਾ ਨੋ ਆਈ ਐਮ ਨੋਟ ਗੋਇੰਗ ਟੂ ਡੂ ਇਟ। ਕਹਿੰਦਾ ਨੋ ਯੂ ਹੈਵ ਟੂ ਬੀ। ਮੈਂ ਕਿਹਾ ਨੋ ਆਈ ਐਮ ਨੋਟ ਗੋਇੰਗ ਟੂ ਡੂ ਇਟ। ਸੋ ਉਹਨੇ ਮੈਨੂੰ ਥ੍ਰੈਟ ਕੀਤਾ ਵੀ ਜੇ ਤੁਸੀਂ ਨਹੀਂ ਇਹ ਕਰਦੇ ਤਾਂ ਅਸੀਂ ਬਾਰਡਰ ਸਿਕਿਉਰਿਟੀ ਫੋਰਸ ਨੂੰ ਆਪਣੇ ਕਾਲ ਕਰਕੇ ਜਦੋਂ ਪਲੇਨ ਲੈਂਡ ਕਰੇਗਾ ਤਾਂ ਤੁਹਾਨੂੰ ਉਹਨਾਂ ਦੇ ਹੈਂਡ ਓਵਰ ਕਰਾਂਗੇ। ਓਕੇ, ਬਿਫੋਰ ਇਹ ਲੈਂਡਿੰਗ ਤੋਂ ਘੰਟਾ 1.5 ਘੰਟਾ ਪਹਿਲਾਂ ਦੀ ਗੱਲ। ਬਿਲਕੁਲ ਬਿਲਕੁਲ। ਮੈਂ ਕਿਹਾ ਜੀ ਜੋ ਤੁਹਾਡਾ ਦਿਲ ਕਰਦਾ ਤੁਸੀਂ ਕਰ ਸਕਦੇ ਆ, ਕੋਈ ਸਾਡਾ ਕੋਈ ਆਰਗੂਮੈਂਟ ਨਹੀਂ, ਕੋਈ ਵਾਇਲੇਸ਼ਨ ਨਹੀਂ ਹੋਈ। ਫਿਰ ਉਹ ਚਲਿਆ ਗਿਆ। ਫਿਰ ਉਹਨੇ ਇੱਕ ਹੋਰ ਬੰਦੇ ਨੂੰ ਘੱਲਿਆ, ਇੱਕ ਲੈਟਰ ਜਿਹਾ ਦੇ ਕੇ ਜਿਹਦੇ ਉੱਤੇ ਲਿਖਿਆ ਸੀਗਾ ਵੀ ਅਸੀਂ ਤੁਹਾਨੂੰ ਸਿਕਿਉਰਿਟੀ ਬਾਰਡਰ ਦੇ ਆਪਣੇ ਕਰ ਸਕਦੇ ਆ, ਤੁਸੀਂ ਬਾਈ ਲਾਅ ਗਲਤ ਆ। ਹਾਲਾਂਕਿ ਕੋਈ ਗਲਤ ਨਹੀਂ, ਆਪਾਂ ਇੱਕ ਸੀਟ ਲਈ ਰਿਕੁਐਸਟ ਕਰ ਰਹੇ ਹਾਂ, ਹੰਦ ਕਿ ਨਹੀਂ। ਇਨਸਟੈਡ ਅਪੋਲੋਜਾਈਜ਼ ਕਰਨਾ, ਉਹ ਥ੍ਰੈਟ ਕਰਨਾ ਸ਼ੁਰੂ ਕਰਤਾ। ਫਿਰ ਦੂਜੀ ਗੱਲ ਹੈ, ਜਦੋਂ ਇੱਥੇ 에ਅਰਪੋਰਟ ਤੇ ਆ ਕੇ ਆਪਾਂ ਉਤਰੇ, ਸੋ ਸਾਰੇ ਲੋਕ ਖੜੇ ਸੀਗੇ। ਸੋ ਮੈਨੂੰ ਆਪਣੇ ਤਕਰੀਬਨ, ਮੈਂ ਜਿੱਦਾਂ ਤੁਹਾਨੂੰ ਦੱਸਿਆ ਵੀ ਆਪੇ 7 ਬੰਦਿਆਂ ਨੇ ਮੈਨੂੰ ਆਪਣੇ ਸੀਟ ਨੰਬਰ, ਆਪਣੇ ਨੇਮ, ਆਪਣੇ ਫੋਨ ਨੰਬਰ ਦੇ ਕੇ ਗਏ ਆ ਵੀ ਜਦੋਂ ਵੀ ਸਾਡੀ ਹੈਲਪ ਦੀ ਲੋੜ ਪਵੇ ਤਾਂ ਅਸੀਂ ਤੁਹਾਡੇ ਨਾਲ ਆ। ਵੀ ਬਿਲਕੁਲ ਇਹ ਅਨਫੇਅਰ ਹੋ ਰਿਹਾ। ਮਤਲਬ ਵੀ ਸਾਡੀਆਂ ਸੀਟਾਂ ਵੀ ਖਰਾਬ ਨੇ ਤੇ ਕੁਝ ਤੁਹਾਡੇ ਨਾਲ ਵੈਸੇ ਹੈਲਪ ਵਾਈਜ਼ ਦੇ ਨਾਲ ਤੁਹਾਨੂੰ ਨੰਬਰ ਦੇ ਗਏ ਵੀ ਐਜ਼ ਏ ਤੁਹਾਨੂੰ ਅਭੀ ਉਹ ਕੀ ਕਹਿੰਦੇ ਹੁੰਦੇ ਹੱਲਾਸ਼ੇਰੀ ਦੇਣਗੇ ਵੀ। ਹਾਂਜੀ, ਕਿਉਂਕਿ ਥ੍ਰੈਟ ਕਰ ਰਹੇ ਸੀ। ਹਾਂ, ਮਤਲਬ ਤੁਹਾਡੇ ਉਹ ਵਿਟਨੈਸ ਟਾਈਪ ਕਹਿ। ਬਿਲਕੁਲ ਬਿਲਕੁਲ ਬਿਲਕੁਲ। ਸੋ ਜਦੋਂ ਅਸੀਂ ਉੱਥੇ ਖੜੇ ਸੀਗੇ ਤਾਂ ਜਦ ਨੂੰ ਪਲੇਨ ਦੇ ਵਿੱਚ ਸਿਕਿਉਰਿਟੀ ਆ ਗਈ, ਤਾਂ ਕੁੜੀ ਸਾਨੂੰ ਕਹਿੰਦੀ ਵੀ ਸਾਡੇ ਨਾਲ ਚਲੋ। ਟੋਰਾਂਟੋ ਲੈਂਡ ਕਰਨ ਦੇ ਬਾਅਦ। ਸੋ ਅਸੀਂ ਉਹਦੇ ਨਾਲ ਡੋਰ ਤੱਕ ਗਏ ਤਾਂ ਮੂਹਰੇ ਪੀਲ ਪੁਲਿਸ ਖੜੀ ਸੀਗੀ।
ਸੋ ਮੈਂ ਉਹਨਾਂ ਨੂੰ ਪੁੱਛਿਆ ਵੀ ਯੂ ਨੋ ਵਾਟ ਹੈਪਨ, ਯੂ ਵਾਂਟ ਆਈ ਕੈਨ ਐਕਸਪਲੇਨ ਯੂ। ਕਹਿੰਦਾ ਨੋ ਯਾ ਨੋ, ਉਹ ਕਹਿੰਦਾ ਨੋ, ਜਸਟ ਲੈਟਸ ਗੋ ਵਿਦ ਅਸ। ਸੋ ਮੈਂ ਉਹਨਾਂ ਦੇ ਨਾਲ ਸਾਰੀ ਆਪਣੇ ਜਿੰਨਾ ਵੀ ਪਲੇਨ ਦੇ ਵਿੱਚ 300-400 ਬੰਦਾ ਸੀਗਾ, ਉਹ ਸਾਰਾ ਦੇਖ ਰਿਹਾ ਸੀ ਵੀ ਕੀ ਹੋ ਰਿਹਾ। ਸੋ ਸਾਨੂੰ ਨਹੀਂ, ਸਾਡੇ ਨਾਲ ਕੋਈ ਗੱਲ ਨਹੀਂ ਕੀਤੀ। ਉਹਨੇ ਸਾਨੂੰ ਪੁੱਛਿਆ, ਅਸੀਂ ਉਹਨਾਂ ਨੂੰ ਐਕਸਪਲੇਨ ਕੀਤਾ। ਜਿੱਥੇ ਕਾ ਕੇ ਸਮਾਨ ਆਪਾਂ ਚੱਕੀ ਦਾ, ਉੱਥੇ ਸਾਨੂੰ ਛੱਡ ਕੇ ਉਹ ਕਹਿੰਦੇ ਵੀ ਯੂਰ ਓਕੇ ਨਾਓ। ਮੈਂ ਕਿਹਾ ਸਾਨੂੰ ਤਾਂ ਪਹਿਲਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ। ਓਕੇ, ਕੋਈ ਹੈਂਡਕਫ ਨਹੀਂ, ਕੁਝ ਨਹੀਂ, ਕੋਈ ਹੱਥਕੜੀ ਨਹੀਂ, ਜਸਟ ਫॉर ਉਹਨਾਂ ਨੇ ਤੁਹਾਨੂੰ ਇੱਕ ਫੋਲੋ ਕੀਤਾ ਵੀ ਉੱਥੇ ਤੱਕ ਵੀ ਇੱਕ ਵੀ ਆਪਾਂ ਪਿਆਰ ਨਾਲ ਉੱਥੇ ਤੁਹਾਨੂੰ ਛੱਡ ਦਈਏ, ਬਸ ਗੱਲ ਖਤਮ। ਬਸ ਇੰਨਾ ਕੀ ਇਹੀ ਹੋਇਆ। ਫਰਕ ਆ ਜੀ ਉੱਥੋਂ ਤੇ ਇੱਥੋਂ ਦਾ। ਹਾਂ, ਇੰਨਾ ਕੀ ਹੋਇਆ। ਉਹ ਅੰਡਰਸਟੈਂਡ ਵੀ ਕੀਤਾ ਉਹਨੇ। ਉਹ ਕਹਿੰਦੇ ਅਸੀਂ ਅੰਡਰਸਟੈਂਡ ਕਰਦੇ ਹਾਂ। ਪੁਲਿਸ ਆਫੀਸਰ ਨੇ ਮੈਨੂੰ ਕਿਹਾ, ਪਰ ਕਹਿੰਦਾ ਅਸੀਂ ਕੁਝ ਨਹੀਂ ਕਰ ਸਕਦੇ, ਯੂ ਸ਼ੁੱਡ ਕਾਲ ਕੰਪਲੇਂਟ ਦਾ 에ਅਰ ਇੰਡੀਆ ਦਾ ਮੇਨ ਆਫਿਸ। ਸੋ ਬਸ ਇੰਨੀ ਸਾਡੀ ਉਹਨਾਂ ਨਾਲ ਗੱਲ ਹੋਈ ਆ। ਪਰ ਮੈਂ ਬੜਾ ਇਸ ਚੀਲੇ ਹੈਰਾਨ ਆ ਵੀ ਜੇ ਆਪਾਂ ਇੰਨੇ ਪੈਸੇ ਖਰਚ ਕੇ ਬਿਜ਼ਨਸ ਕਲਾਸ ਦੀਆਂ ਟਿਕਟਾਂ ਲੈ ਕੇ ਸਾਡੀਆਂ ਸੀਟਾਂ ਪ੍ਰੋਪਰ ਕੰਮ ਨਹੀਂ ਕਰਦੀਆਂ, ਔਰ ਟੌਪ ਆਫ ਦੈਟ ਤੁਹਾਡੇ ਨਾਲ ਬਿਹੇਵੀਅਰ ਕੀ ਕੀਤਾ ਜਾਂਦਾ, ਤੁਹਾਡੀ ਇਨਸਲਟ ਕੀਤੀ ਜਾਂਦੀ ਆ। ਇਹ ਕਿੰਨਾ, ਜਿਹੜੀ ਤੁਸੀਂ ਸੀਟ ਲਈ ਸੀ ਜੀ, ਕਿੰਨਾ ਚਾਰਜ ਕੀਤਾ ਸੀ ਤੁਹਾਨੂੰ ਪਰ ਸੀਟ ਦੇ ਹਿਸਾਬ ਨਾਲ? ਇਹ $4,000 ਪਰ ਸੀਟ ਸੀਗਾ। ਹਾਂਜੀ, ਪਰ ਸੀਟ। ਤੇ ਸੋਚੋ ਵੀ ਜੇ ਬਿਜ਼ਨਸ ਕਲਾਸ ਵਾਲਿਆਂ ਨਾਲ ਇਹ ਕੁਝ ਹੋ ਰਿਹਾ ਤੇ ਇਕਨੋਮੀ ਵਾਲਿਆਂ ਨਾਲ ਕੀ ਉਹਨਾਂ ਨਾਲ ਕੀ ਹੋਏਗਾ। ਔਰ ਦੂਜੀ ਗੱਲ, ਮੈਂ ਨਹੀਂ ਗੱਲਾਂ, ਤਕਰੀਬਨ 25 ਜਾਂ 30 ਸੀਟਾਂ ਟੋਟਲ ਨੇ। ਉਹਨਾਂ ਦੇ ਵਿੱਚੋਂ ਜਿਹੜੀਆਂ ਕਿ 6 ਸੀਟਾਂ ਕੰਮ ਨਹੀਂ ਕਰ ਰਹੀਆਂ। ਪਰ ਹੁਣ ਤਾਂ ਇਹ ਗਵਰਨਮੈਂਟ ਦੇ ਅੰਡਰ ਵੀ ਨਹੀਂ ਰਹੀ ਜੀ। ਨਾਲੇ ਸੁਣਿਆ ਵੀ ਇੱਕ ਅਦਾਰਾ ਜਿਹੜਾ ਟਾਟਾ ਕੋਲ ਦੁਬਾਰਾ ਚਲੀ ਗਈ, ਟਾਟਾ ਗਰੁੱਪ ਦੇ ਕੋਲੇ, ਫਿਰ ਵੀ ਇਹਦੇ ਵਿੱਚ ਹਲੇ ਸੁਧਾਰ ਨਹੀਂ ਹੋਇਆ ਜੀ। ਬਿਲਕੁਲ ਆਪਣੇ ਸਭ ਟੁੱਟੀਆਂ ਸੀਟਾਂ ਨੇ, ਕੋਈ ਪ੍ਰੋਪਰ ਕੰਮ ਨਹੀਂ ਕਰਦੀ। ਔਰ ਜਿੰਨੇ ਬੰਦੇ ਬਿਜ਼ਨਸ ਕਲਾਸ ਦੇ ਵਿੱਚ ਸੀਗੇ, ਜਦੋਂ ਆਪਾਂ ਦਿੱਲੀ ਤੋਂ ਫਲਾਈ ਕੀਤਾ, ਫਸਟ 6 ਆਵਰਸ ਨੋ ਡਰਿੰਕ ਨੋ ਫੂਡ, ਬਿਜ਼ਨਸ ਕਲਾਸ। ਜਦ ਕਿ ਬਿਜ਼ਨਸ ਕਲਾਸ ਤਾਂ ਲਈ ਆਪਾਂ ਬੈਠੇ ਮਗਰੋਂ, ਚਾਹੇ ਜਹਾਜ਼ ਖੜਾ ਹੀ ਉਸੇ ਟਾਈਮ ਹੀ ਸਰਵ ਕਰਨਾ ਸ਼ੁਰੂ ਕਰ ਦਿੰਦੇ ਆ ਜੀ। ਪਰ ਬਿਲਕੁਲ 6 ਘੰਟੇ ਕਿਸੇ ਨੂੰ ਕੋਈ ਡਰਿੰਕ ਨਹੀਂ ਮਿਲੀ, ਕਿਸੇ ਨੂੰ ਕੋਈ ਫੂਡ ਨਹੀਂ ਮਿਲਿਆ। ਤੇ ਫਿਰ ਜਦੋਂ ਤੁਸੀਂ ਮਰ ਇੱਥੇ ਲੈਂਡ ਹੁੰਨੇ ਹੋ, ਸਮਾਨ ਚੱਕਦੇ ਹੋ, ਬਾਹਰ ਆਉਂਦੇ ਹੋ, ਉਹਦੇ ਬਾਅਦ ਦੇ ਵਿੱਚ ਤੁਸੀਂ ਕਿਸੇ ਹਾਇਰ ਅਥਾਰਟੀ ਨੂੰ ਕੋਈ ਕੰਟੈਕਟ ਕਰਨ ਦੀ ਕੋਸ਼ਿਸ਼ ਕਰਨ ਦੀ ਕੀਤਾ ਜੀ ਕੁਛ? ਨਹੀਂ, ਮੈਂ ਇਸ ਵੇਲੇ ਹਲੇ ਆਪਣੀ ਪਹਿਲੀ ਤਾਂ ਗੱਲ ਹੈ, ਜਦੋਂ ਆਪਾਂ ਮਹੀਨਾ ਰਹਿ ਕੇ ਆਉਂਦੇ ਹਾਂ, ਥੋੜਾ ਉੱਦਾਂ ਹੀ ਤੁਹਾਡਾ ਸੈਟਅਪ ਨਹੀਂ ਹੁੰਦਾ ਹੈਗਾ ਕੰਮ। ਸੋ ਮੈਂ ਟਰਾਈ ਕਰ ਰਿਹਾ ਵੀ ਕਿਸੇ ਲਾਅ ਫਰਮ ਦੇ ਨਾਲ ਗੱਲ ਕਰਕੇ ਤਾਂ ਇਹਨਾਂ ਨੂੰ ਲੀਗਲ ਨੋਟਿਸ ਘੱਲਿਆ ਜਾਵੇ। ਅੱਛਾ, ਵੀ ਤੁਸੀਂ ਸਿੱਧਾ ਸੰਪਰਕ ਕਰਨਾ ਨਹੀਂ ਚਾਹੁੰਦੇ, ਤੁਸੀਂ ਥਰੂ ਲਾਇਰ ਜਾਣਾ ਚਾਹੁੰਦੇ ਹੋ? ਉੱਥੇ ਕੀ ਮਿਲਣਾ ਹੈਗਾ, ਸਮਝਦੇ ਕਿ ਨਹੀਂ। ਜੋ ਇਹ ਕਰਦੇ ਆ, ਇਹਨਾਂ ਦੇ ਬਾਪੂ ਉੱਤੇ ਬੈਠੇ ਨੇ, ਸਮਝਦੇ ਕਿ ਨਹੀਂ, ਉਹਨੇ ਵੀ ਕੋਈ ਆਨਸਰ ਨਹੀਂ ਦੇਣਾ ਹੈਗਾ ਪ੍ਰੋਪਰ। ਸੋ ਬੈਟਰ ਆਈਡੀਆ ਆਪਾਂ ਨੂੰ ਲੀਗਲੀ ਤੌਰ ਤੇ ਜਾਣਾ ਚਾਹੀਦਾ। ਸੋ ਹੁੰਦਾ ਕੀ ਆ, ਲੋਕਾਂ ਨਾਲ ਹਰ ਰੋਜ਼ ਇਹ ਹੋ ਰਿਹਾ, ਪਰ ਕੋਈ ਵੀ ਬੰਦਾ ਸੋਚਦਾ ਯਾਰ ਛੱਡੋ ਪਰੇ, ਆਪਾਂ ਪਹੁੰਚ ਗਏ ਆ, ਕਾਹਨੂੰ ਟਾਈਮ ਖਰਾਬ ਕਰਨਾ, ਕਾਹਨੂੰ ਹੋਰ ਮਨੀ ਵੇਸਟ ਕਰਨੀ ਆ। ਪਰ ਜੇ ਆਪਾਂ ਇਹਨਾਂ ਨੂੰ ਕੋਈ ਸਬਕ ਨਾ ਸਿਖਾਇਆ ਤਾਂ ਕਿੱਦਾਂ ਇਹ ਸਟਾਪ ਹੋਏਗਾ ਕੰਮ। ਮਤਲਬ ਅੱਜ ਤੁਹਾਡੇ ਨਾਲ ਹੋਇਆ, ਪਹਿਲਾਂ ਵੀ ਕਿਸੇ ਨਾਲ ਹੁੰਦਾ ਰਿਹਾ, ਤੁਹਾਡੇ ਨਾਲ ਹੀ ਤੁਹਾਨੂੰ, ਤੁਸੀਂ ਮੈਨੂੰ ਦੱਸਿਆ ਵੀ ਉਦੋਂ ਤੁਹਾਡੇ ਕੋਲ ਪੇਪਰ ਵੀ ਹੈ ਨਹੀਂ ਸੀ ਤੇ ਬੈਗ ਦੇ ਉੱਪਰ ਹੀ ਤੁਸੀਂ ਨੰਬਰ ਲਿਖਣੇ ਪਏ। ਮਤਲਬ ਕਿੰਨੇ ਲੋਕ ਤੁਸੀਂ ਸੋਚੋ ਸਫਰ ਕਰਦੇ ਆ ਇਸ ਚੀਜ਼ ਨਾਲ। ਬਿਲਕੁਲ। ਇੱਕ ਦੂਜੀ ਗੱਲ ਇੱਕ ਹੋਰ ਆ, ਜਿਨ੍ਹਾਂ ਦੇ ਵਿੱਚ ਮੈਂ ਵੀ ਆ। ਅਸੀਂ ਸੋਚਦੇ ਹਾਂ ਵੀ ਡਾਇਰੈਕਟ ਫਲਾਈਟ ਜਾਂਦੀ ਆ, ਚਲੋ ਆਪਾਂ ਤਾਂ ਔਖੇ ਸੌਖੇ ਸਾਰ ਲੈਂਦੇ ਆ, ਜਾਂ ਲੋਕ ਚੁੱਪ ਕਰ ਰਹਿੰਦੇ ਆ। ਸੋ ਅਸੀਂ ਕਈ ਵਾਰੀ ਇੱਦਾਂ ਸੋਚਦੇ ਹਾਂ ਵੀ ਸਾਡੇ ਬਜ਼ੁਰਗਾਂ ਨੂੰ ਇਹ ਫਲਾਈਟ ਬੜੀ ਸੂਟੇਬਲ ਆ, ਵੀ ਆਪਾਂ ਇੱਦਾਂ ਕਰਦੇ ਹਾਂ, ਇੱਥੋਂ ਟਿਕਟ ਲੈ ਕੇ ਚੜਾਉਂਦੇ ਆ, ਉਹ ਦਿੱਲੀ ਉਤਰ ਜਾਣਗੇ ਉੱਧਰੋਂ। ਪਰ ਤੁਸੀਂ ਇਹ ਸੋਚੋ ਵੀ ਉਹਨਾਂ ਦੇ ਨਾਲ ਕੀ ਬਿਹੇਵੀਅਰ ਹੋ ਰਿਹਾ, ਉਹ ਕਿੱਦਾਂ ਸਫ਼ਰ ਕਰਦੇ ਆ। ਔਰ ਐਨੇ ਪੈਸੇ ਦੇ ਕੇ ਵੀ ਤੁਸੀਂ ਆਪਣੀ ਬੇਇੱਜ਼ਤੀ ਕਰਾਉਂਦੇ ਹੋ, ਤੁਹਾਨੂੰ ਸਰਵਿਸ ਨਹੀਂ ਮਿਲਦੀ, ਤੁਹਾਨੂੰ ਥ੍ਰੈਟ ਕੀਤਾ ਜਾਂਦਾ। ਸੋ ਮੈਨੂੰ ਨਹੀਂ ਪਤਾ ਇਹਨਾਂ ਦਾ, ਬਾਕੀ ਵੀ ਲੋਕਾਂ ਨੂੰ ਮੈਂ ਤਾਂ ਕਹਿੰਦਾ ਜ਼ਰੂਰ ਕੰਪਲੇਂਟ ਕਰਨੀ ਚਾਹੀਦੀ ਆ। ਪਰ ਜਦ ਕਿ ਇਹ ਕਿਹਾ ਜਾਂਦਾ, ਅਸੀਂ ਜਿੱਥੇ ਇਹ ਸੋਚਦੇ ਹਾਂ ਵੀ ਨਹੀਂ ਯਾਰ, ਸਾਡੇ ਇੱਕ ਦੇਸ਼ ਦੀ 에ਅਰਲਾਈਨ ਆ, ਅਸੀਂ ਉਹਨੂੰ ਬੜਾਵਾ ਦੇਵਾਂਗੇ, ਸ਼ਾਇਦ ਸਾਡੇ ਦੇਸ਼ ਦਾ ਮਾਣ ਵਧੂਗਾ। ਪਰ ਇੱਥੇ ਉਹਦੇ ਉਲਟ, ਜੇ ਅਸੀਂ ਉਹਨੂੰ ਰਿਪਰੈਜ਼ੈਂਟ ਪਹਿਲਾਂ ਕਰਦੇ ਹਾਂ ਵੀ ਆਪਣਾ ਨਹੀਂ, ਸਾਡਾ ਭਾਰਤ ਦੇਸ਼ ਆ, ਬੈਕ ਹੋਮ ਅਸੀਂ ਉੱਥੋਂ ਆਏ ਆ, ਅਸੀਂ ਉਹਨੂੰ ਪਹਿਲ ਦੇ ਆਧਾਰ ਤੇ ਰੱਖੀਏ, ਫਿਰ ਬਾਕੀ 에ਅਰਲਾਈਨਾਂ ਦੇਖੀਏ। ਪਰ ਇੱਥੇ ਉਲਟ ਹੋ ਰਿਹਾ, ਮਤਲਬ ਅਸੀਂ ਉਹਨਾਂ ਨੂੰ ਪਹਿਲ ਕਦਮੀ ਦੇ ਤੌਰ ਤੇ ਮੂਹਰੇ ਰੱਖਦੇ ਹਾਂ, ਪਰ ਉਹ ਸਾਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਆ। ਨਹੀਂ, ਦੂਸਰੀ ਗੱਲ ਇੱਕ ਹੋਰ ਵੀ ਆ, ਅਸੀਂ ਇੱਥੇ ਬਿਜ਼ਨਸ ਕਰ ਰਹੇ ਆ, ਅਸੀਂ ਦੋ ਹੀ ਭਰਾ ਬਿਜ਼ਨਸ ਕਰ ਰਹੇ ਆ, ਸਾਨੂੰ ਪਤਾ ਕਸਟਮਰ ਸਰਵਿਸ ਕਿਹਨੂੰ ਕਹਿੰਦੇ ਆ। ਜੇ ਕੋਈ $5 ਵੀ ਖਰਚਦਾ ਤਾਂ ਉਹਨੂੰ ਵੀ ਕਸਟਮਰ ਸਰਵਿਸ ਪ੍ਰੋਪਰ ਮਿਲਦੀ ਆ। ਤੇ ਜੇ ਤੁਸੀਂ 4-4 5-5 ਹਜ਼ਾਰ ਡਾਲਰ ਖਰਚਦੇ ਆ ਤਾਂ ਤੁਹਾਨੂੰ ਥ੍ਰੈਟ ਕੀਤਾ ਜਾਂਦਾ, ਨਾ ਸਰਵਿਸ ਮਿਲਦੀ ਆ। ਸੋ ਇਸੇ ਕਰਕੇ ਆਪਣੇ ਮੈਂ ਪਰਸੋਂ ਰੇਡੀਓ ਪ੍ਰੋਗਰਾਮ ਤੇ ਵੀ ਆਏ ਸੀਗੇ, ਉੱਥੇ ਵੀ ਆਪਾਂ ਲੋਕਾਂ ਨੂੰ ਅਵੇਅਰਨੈਸ ਲਿਆਂਦੀ ਸੀਗੀ ਵੀ ਤੁਸੀਂ ਇਹਨਾਂ ਤੋਂ ਜ਼ਰੂਰ ਬਚੋ। ਤੇ ਜੇ ਕਿਸੇ ਨੂੰ ਕੋਈ ਕੰਪਲੇਂਟ ਆ ਤਾਂ ਉਹ ਬਿਲਕੁਲ ਆ ਕੇ ਬਾਹਰ ਮੀਡੀਆ ਦੇ ਵਿੱਚ ਦੱਸਣਾ ਚਾਹੀਦਾ ਵੀ ਤੁਹਾਡੇ ਨਾਲ ਕੀ ਹੋ ਰਿਹਾ।
ਆ ਵੀ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ ਤਾਂ ਕਿ ਗਾਂ ਤੋਂ ਲੋਕ ਅਵੇਅਰਨੈਸ ਲੋਕਾਂ 'ਚ ਆਵੇ ਤੇ ਤਾਂ ਕਿ ਲੋਕ ਇਸ ਇਹੋ ਜਿਹੀਆਂ ਹੋਣ ਵਾਲੀਆਂ ਚੀਜ਼ਾਂ ਧੱਕੇਸ਼ਾਹੀਆਂ ਤੋਂ ਬਚ ਸਕਣ। ਬਿਲਕੁਲ, ਨਹੀਂ ਤਾਂ ਨਹੀਂ ਹਟਣਗੇ ਇਹ। ਇਹੀ ਕਾਰਨ ਹੋ ਸਕਦਾ ਵੀ ਅੱਗੇ ਤੋਂ ਅੱਗੇ ਵਧੀ ਜਾਂਦੇ, ਕਿਉਂਕਿ ਕੋਈ ਕਿਸੇ ਨੇ ਕਦੀ ਮੁੱਦਾ ਚੱਕਿਆ ਨਹੀਂ ਹੈਗਾ। ਪਰ ਤੁਹਾਨੂੰ ਕੀ ਲੱਗਦਾ ਜੀ ਨਾਰਮਲ ਜਿਹੜੇ ਇਹ ਆਪਣੇ 에ਅਰਲਾਈਨ ਦੇ ਰੂਲਸ ਐਂਡ ਰੈਗੂਲੇਸ਼ਨ ਆ ਇਹ ਇੰਟਰਨੈਸ਼ਨਲ ਲੈਵਲ ਤੇ ਚੱਲਦੇ ਆ ਜੀ ਸਾਰੇ, ਚਾਹੇ ਜਿਹੜੀ ਮਰਜ਼ੀ 에ਅਰਲਾਈਨ ਹੋਵੇ, ਕਿਉਂਕਿ ਇਹਦੇ 'ਚ ਐਵੀਏਸ਼ਨ ਦਾ ਬਹੁਤ ਵੱਡਾ ਇਹਦੇ 'ਚ ਹੱਥ ਹੁੰਦਾ ਜੀ ਸਾਰਾ ਇਹ ਆਟਾ ਦਾ। ਤੇ ਪਰ ਮਸਲਾ ਇਹ ਆ ਜੀ ਵੀ ਤੁਹਾਨੂੰ ਕੀ ਲੱਗਦਾ ਵੀ ਕੀ ਇਹਨਾਂ ਨੂੰ ਗਾਈਡ ਨਹੀਂ ਕੀਤਾ ਜਾਂਦਾ ਪ੍ਰੋਪਰ, ਕਿ ਇਹਨਾਂ ਨੂੰ ਹੱਲਾਸ਼ੇਰੀ ਇੰਨੀ ਦਿੱਤੀ ਜਾਂਦੀ ਆ ਵੀ ਇਹ ਜਿਹੜਾ ਉਹਨਾਂ ਦੇ ਵਿੱਚ ਕਸਟਮਰ ਬਹਿੰਦਾ, ਨਾਲੇ ਕਹਿੰਦੇ ਵੀ ਰੱਬ ਦਾ ਰੂਪ ਹੁੰਦਾ ਗਾਹਕ, ਅਸੀਂ ਇੱਕ ਤਰ੍ਹਾਂ ਦੇ ਕਸਟਮਰ ਹੀ ਹੋਏਗੇ ਜੀ, ਜਿਹੜਾ ਬੰਦਾ ਆਉਂਦਾ ਜਾਂਦਾ, ਤੇ ਉਹਨਾਂ ਨਾਲ ਤੁਸੀਂ ਵੀ ਕੀ ਆਪਣੇ ਬਿਜ਼ਨਸ ਤੇ ਇਸੇ ਤਰ੍ਹਾਂ ਧੱਕੇਸ਼ਾਹੀਆਂ ਕਰਦੇ ਹੋ ਕਿ? ਬਿਲਕੁਲ ਨਹੀਂ ਹੋ ਸਕਦਾ ਹੈਗਾ। ਅਸੀਂ ਤਾਂ ਸਾਨੂੰ ਰੋਟੀ ਕਸਟਮਰ ਦੇ ਰਿਹਾ ਹੈਗਾ। ਇਹ ਪਤਾ ਨਹੀਂ ਇਹਨਾਂ ਦੀ ਮੈਂਟੈਲਿਟੀ ਕੀ ਹੈਗੀ ਆ, ਇਹ ਉਸ ਚੀਜ਼ ਨੂੰ ਸੋਚ ਹੀ ਨਹੀਂ ਰਹੇ। ਤੁਸੀਂ ਇੰਨੇ ਪੈਸੇ ਖਰਚ ਕੇ ਵੀ ਤੁਹਾਨੂੰ ਥ੍ਰੈਟ ਕੀਤਾ ਜਾਂਦਾ, ਤੁਹਾਨੂੰ ਆਪਣੇ ਪਲੇਨ ਦੇ ਵਿੱਚੋਂ ਕੱਢ ਦਿਆਂਗੇ ਸਿਕਿਉਰਿਟੀ ਬੁਲਾ ਕੇ। ਜੇ ਤੁਸੀਂ ਕੰਪਲੇਂਟ ਕਰਦੇ ਆ ਵੀ ਮੇਰੀ ਸੀਟ ਠੀਕ ਨਹੀਂ ਗਈ, ਤਾਂ ਉਹਨਾਂ ਲਈ ਬਾਰਡਰ ਸਿਕਿਉਰਿਟੀ ਪੁਲਿਸ ਬੁਲਾਈ ਜਾਂਦੀ ਆ। ਕੋਈ ਵਾਇਲੈਂਸ ਥੋੜ੍ਹੋ ਸੀਗੀ, ਕਿਸੇ ਨਾਲ ਪਰਸਨਲੀ ਕੋਈ ਪ੍ਰੋਬਲਮ ਥੋੜ੍ਹੋ ਸੀਗੀ। ਆਪਾਂ ਤਾਂ ਕੰਪਲੇਂਟ ਕਰ ਰਹੇ ਆ ਵੀ ਆਪਾਂ ਪੇ ਕੀਤਾ, ਸਾਨੂੰ ਪ੍ਰੋਪਰ ਸੀਟ ਚਾਹੀਦੀ ਆ ਜੀ। ਜੇ ਉਹ ਕਹਿੰਦੇ ਆ ਵੀ ਸਾਡੇ ਆਪਣੇ ਜਿਹੜਾ ਕਰੂ ਮੈਂਬਰ ਆ, ਲੌਂਗ ਫਲਾਈਟ ਆ, ਵੀ ਉਹਨੂੰ ਪ੍ਰੋਪਰ ਰੈਸਟ ਚਾਹੀਦੀ ਆ, ਤਾਂ ਜਿਨ $5000 ਦਿੱਤਾ ਉਹਨੂੰ ਕਿਉਂ ਨਹੀਂ ਪ੍ਰੋਪਰ ਰੈਸਟ ਚਾਹੀਦੀ? ਉਹ ਐਸੇ ਫਿਰ ਆਪਾਂ ਉਹ ਜਾਂ ਬੈਕ ਫੁੱਟ ਤੇ ਆਪਾਂ ਲੈ ਜਾਂਦੇ ਉਹਨਾਂ ਨੂੰ ਜੀ। ਬਸ ਉਹੀ ਹੈ ਨਾ। ਪਰ ਇਹਦੇ 'ਚ ਹੁਣ ਤੁਹਾਡੇ ਹਿਸਾਬ ਨਾਲ ਜਿਹੜੀ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਥਰੂ ਲਾਇਰ ਜਾਣਾ ਚਾਹੀਦਾ ਜਾਂ ਕੁਝ ਹੋਰ ਵੀ ਤੁਸੀਂ ਸੋਚਦੇ ਹੋਵੋਗੇ, ਇਹਦੇ ਬਾਰੇ ਤੁਹਾਡੇ ਹਿਸਾਬ ਨਾਲ ਕੀ ਇਹੋ ਜਿਹੀ ਕਰਨਾ ਚਾਹੀਦਾ ਜਿਹਦੇ ਵਿੱਚ ਇਹ 에ਅਰਲਾਈਨਾਂ ਦਾ ਜਿਹੜਾ ਬਿਹੇਵੀਅਰ ਉਹ ਚੇਂਜ ਹੋਵੇ? ਕਿਉਂਕਿ ਕੱਲੀ ਇਹਦੇ ਨਹੀਂ, ਹੋਰ ਵੀ ਆਪਾਂ ਕਈ 에ਅਰਲਾਈਨਾਂ ਦਾ ਸੁਣਦੇ ਹਾਂ, ਤੁਹਾਨੂੰ ਪਤਾ ਡੇ ਬਾਈ ਡੇ ਖਬਰਾਂ ਆਪਾਂ ਸੁਣਦੇ ਰਹਿੰਦੇ ਹਾਂ। ਠੀਕ ਹੈ, ਕਈ ਕਸਟਮਰ ਜਿਹੜੇ 에ਅਰਲਾਈਨ ਦੇ ਵਿੱਚ ਸਫ਼ਰ ਕਰਦੇ ਉਹ ਵੀ ਗਲਤ ਹੋਣਗੇ, ਅਸੀਂ ਨਹੀਂ ਸਾਰਿਆਂ ਨੂੰ ਸਹੀ ਕਹਿੰਦੇ, ਪਰ ਜੇ ਆਪਾਂ ਤੁਹਾਡੇ ਪੁਆਇੰਟ ਆਫ ਵਿਊ ਨਾਲ ਦੇਖਿਆ ਜਾਵੇ ਕਿ ਇਸ ਤਰ੍ਹਾਂ ਦਾ ਕੀ ਹੋਣਾ ਚਾਹੀਦਾ ਵੀ ਜਿਸ ਤਰ੍ਹਾਂ ਇਹਨਾਂ ਦੇ ਬਿਹੇਵੀਅਰ 'ਚ ਚੇਂਜ ਆਵੇ, ਕਿ ਲਾਅ ਥੋੜ੍ਹੇ ਬਹੁਤੇ ਚੇਂਜ ਹੋਣੇ ਚਾਹੀਦੇ, ਕਿੱਦਾਂ ਦਾ ਮਤਲਬ ਪ੍ਰੋਸੀਜਰ ਹੋਣਾ ਚਾਹੀਦਾ? ਨਹੀਂ, ਮੇਰਾ ਖਿਆਲ ਆ ਨਾ, ਜਿਹੜੀ ਆਪਣੀ ਇਹਨਾਂ ਦੀ 에ਅਰਲਾਈਨਾਂ ਦੀ ਮੈਨੇਜਮੈਂਟ ਆ, ਇਹ ਜਿਹੜੇ ਬੰਦੇ ਵੀ ਆਪਣੇ ਬੋਰਡ ਕਰੂ ਵਾਲੇ ਆ ਜਾਂ ਜਿਹੜੇ ਵੀ ਆਪਣੇ ਕਸਟਮਰ ਦੀ ਟੇਕ ਕੇਅਰ ਕਰਦੇ ਪਲੇਨ ਦੇ ਵਿੱਚ, ਉਹਨਾਂ ਨੂੰ ਪ੍ਰੋਪਰ ਕਲਾਸਿਸ ਦੇਣੀਆਂ ਚਾਹੀਦੀਆਂ ਵੀ ਤੁਸੀਂ ਕਸਟਮਰ ਦੇ ਨਾਲ ਕਿੱਦਾਂ ਡੀਲ ਕਰਨਾ, ਨਾ ਕਿ ਆਪਣੀਆਂ ਕਮਜ਼ੋਰੀਆਂ ਛਪਾਉਣੀਆਂ, ਨਾ ਕਿ ਆਪਣੀਆਂ ਕਮਜ਼ੋਰੀਆਂ ਛਪਾਓ ਤਾਂ ਤੁਸੀਂ ਲੋਕਾਂ ਨੂੰ ਥ੍ਰੈਟ ਕਰੋ। ਵੀ ਬਜਾਏ ਇਹਦੇ ਵੀ ਤੁਸੀਂ ਉਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਤੇ ਤੁਸੀਂ ਕਸਟਮਰ ਨੂੰ ਉਲਟਾ ਉਹਨਾਂ ਨੂੰ ਥ੍ਰੈਟ ਕਰ ਰਹੇ ਹੋ, ਤੇ ਨਾ ਉਹਨਾਂ ਨੂੰ ਇਹ ਧਮਕੀ ਦੇ ਰਹੇ ਵੀ ਤੈਨੂੰ ਅਸੀਂ ਪਲੇਨ ਤੋਂ ਬਾਹਰ ਸੁੱਟ ਦਾਂਗੇ, ਅਸੀਂ ਤੈਨੂੰ ਇਹ ਕਰ ਦਾਂਗੇ। ਤੇ ਜਦੋਂ ਪਲੇਨ ਲੈਂਡ ਹੁੰਦਾ, ਹੁਣ ਤੁਸੀਂ ਸੋਚੋ ਵੀ ਜੇ ਬੰਦਾ ਇੱਕ ਇੰਨੇ ਚਿਰ ਬਾਅਦ ਆਪਣੀ ਕੰਟਰੀ ਵਾਪਸ ਮੁੜਦਾ ਤੇ ਕੋਈ ਉੱਥੇ ਹੋਰ ਵੀ ਲੋਕ ਹੁੰਦੇ ਨੇ, ਸ਼ਾਇਦ ਤੁਹਾਡੀ ਵੀਡੀਓ ਬਣ ਜਾਂਦੀ, ਵਾਇਰਲ ਹੋ ਜਾਂਦੀ, ਅਗਲਾ ਕਹਿੰਦਾ ਪਤਾ ਨਹੀਂ ਨੇ ਕੀ ਕੀਤਾ, ਤਾਂ ਤੁਸੀਂ ਹੁਣ ਬੋਲੇ ਤਾਂ ਪਤਾ ਲੱਗਿਆ। ਬਿਲਕੁਲ ਬਿਲਕੁਲ। ਦੇਖੋ 300-400 ਬੰਦਾ ਆ, ਮੈਨੂੰ 37 ਸਾਲ ਹੋ ਗਏ ਟੋਰਾਂਟੋ ਦੇ ਵਿੱਚ ਰਹਿੰਦੇ ਨੂੰ, ਮੈਨੂੰ ਸਾਰੇ ਲੋਕ ਜਾਣਦੇ ਨੇ, ਮੇਰੇ ਬ੍ਰਦਰ ਨੂੰ ਜਾਣਦੇ ਨੇ। ਹੋ ਸਕਦਾ ਜਿਹੜੇ ਕਲੋਜ਼ ਖੜੇ ਸੀ ਲੋਕਾਂ ਨੂੰ ਉਹਨਾਂ ਨੂੰ ਪਤਾ ਹੋਵੇ ਵੀ ਕੀ ਕਾਰਨ ਆ, ਪਰ ਜਿਹੜੇ ਬਾਕੀ ਦੂਰ ਪਾਰ ਲੋਕ ਖੜੇ ਸੀਗੇ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਵੀ ਪਤਾ ਨਹੀਂ ਕੀ ਗਲਤ ਕੰਮ ਕੀਤਾ ਹੈਗਾ। ਉਹਨਾਂ ਲਈ ਤਾਂ ਪੁਲਿਸ ਫੜ ਕੇ ਲੈ ਕੇ ਜਾ ਰਹੀ ਹੈ। ਬਿਲਕੁਲ ਜੀ, ਇਹ ਕਿਉਂਕਿ ਸਾਡਾ ਮਾਈਂਡ ਇੱਕ ਸੈੱਟ ਆ ਨਾ ਵੀ ਪੁਲਿਸ ਤਾਂ ਹੀ ਫੜਦੀ ਹੈ ਜੇ ਅਸੀਂ ਕੁਝ ਗਲਤ ਕਰਦੇ ਹਾਂ। ਬਿਲਕੁਲ ਬਿਲਕੁਲ। ਪਰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਅੱਖੀ ਦੇਖੀ ਵੀ ਕਈ ਵਾਰੀ ਗੱਲ ਸਹੀ ਹੋ ਜਾਵੇ। ਬਿਲਕੁਲ, ਮੈਂ ਉਸ ਚੀਜ਼ ਦਾ ਹਾਂਜੀ ਆਪਣੇ ਜਾਂ ਤਾਂ ਨਾ ਕੋਈ ਆਪਣੇ ਤੁਸੀਂ ਕੋਈ ਵਾਇਲੇਸ਼ਨ ਕਰਦੇ ਹੋਵੋ, ਕੋਈ ਫੇਕ ਲੈਂਗੁਏਜ ਹੋਵੇ, ਕੋਈ ਇਸੇ ਕਰਕੇ ਆਪਾਂ ਸਹੀ ਸੀਗੇ, ਸਾਰਿਆਂ ਨੇ ਸਾਡੀ ਆਪਣੇ ਕਨਵਰਸੇਸ਼ਨ ਸੁਣੀ ਸੀਗੀ ਵੀ ਪ੍ਰੋਬਲਮ ਕੀ ਆ, ਇਸੇ ਕਰਕੇ ਸਾਰਾ ਆਪਣੇ ਜਿੰਨੇ ਬਿਜ਼ਨਸ ਕਲਾਸ ਦੀਆਂ ਸੀਟਾਂ ਆ ਉਹ ਸਾਰੇ ਉੱਠ ਕੇ ਆ ਗਏ। ਉਹ ਸਾਰੇ ਮੈਨੂੰ ਬੰਦੇ ਨੰਬਰ, ਨੇਮ, ਸੀਟ ਨੰਬਰ ਸਾਰੇ ਦੇ ਕੇ ਗਏ ਹੋਆ। ਤੁਸੀਂ ਦਿਖਾਓਗੇ ਜ਼ਰਾ ਉਹ ਮਾੜਾ ਜਿਹਾ ਕੀ? ਹਾਂਜੀ, ਮੈਂ ਹੌਨੈਸਟਲੀ ਉਸ ਦਿਨ ਸਾਡੇ ਕੋਲ ਕੋਈ ਪੇਪਰ ਬਣਾ ਸੀਗਾ, ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕੀਤੀ, ਉਹਦਾ ਡਿਊਟੀ ਫ੍ਰੀ ਦਾ ਲਿਫਾਫਾ ਸੀਗਾ, ਉਹਦੇ ਉੱਤੇ ਹੀ ਸਾਰਿਆਂ ਨੇ ਆਪਣੇ ਨੇਮ ਨੰਬਰ ਸਾਰੇ ਲਿਖ ਕੇ ਦੇ ਕੇ ਗਏ ਆ। ਦੇਖ ਲਓ, ਮਤਲਬ ਲੋਕਾਂ ਦਾ ਫਿਰ ਸਾਥ ਇਸੇ ਕਰਕੇ ਹੀ ਮਿਲਿਆ, ਕਿਉਂਕਿ ਜੇ ਲੋਕਾਂ ਨੂੰ ਕੁਝ ਗਲਤ ਦਿਖਿਆ ਤਾਂ ਹੀ ਲੋਕ ਸਾਥ ਦਿੰਦੇ। ਨਹੀਂ, ਮੈਂ ਕਿਸੇ ਨੂੰ ਕਾਲ ਨਹੀਂ ਕੀਤੀ, ਸਾਰੇ ਆਪ ਉੱਠ ਕੇ ਆਏ ਆ ਵੀ ਬ੍ਰਦਰ ਤੁਹਾਡੇ ਨਾਲ ਬਹੁਤ ਧੱਕਾ ਹੋ ਰਿਹਾ, ਸੋ ਤੁਹਾਨੂੰ ਕਿਤੇ ਵੀ ਸਾਡੀ ਹੈਲਪ ਆ, ਆ ਆਪਣੇ ਫੋਨ ਨੰਬਰ ਆ, ਆ ਨੇਮ ਆ, ਮੇਰਾ ਸੀਟ ਨੰਬਰ ਆ। ਤੇ ਹੁਣ ਤੁਸੀਂ ਫਿਰ ਜਿਹੜਾ ਅਗਲਾ ਸਟੈਪ, ਜਿਵੇਂ ਤੁਸੀਂ ਕਿਹਾ ਵੀ ਕਿਸੇ ਲਾਇਰ ਨਾਲ ਸੰਪਰਕ ਕਰ ਰਹੇ ਹੋ, ਉਹਨਾਂ ਨੂੰ ਹਾਇਰ ਅਥਾਰਟੀ ਨੂੰ ਲੀਗਲ ਨੋਟਿਸ ਭੇਜੋਗੇ, ਕੀ ਇਹਦੇ ਬਾਰੇ ਜਿਹੜੀ ਕੌਂਸਲੇਟ ਆਪਣੀ ਹੈਗੀ ਉਹਨਾਂ ਨੂੰ ਵੀ ਕੁਝ ਇਨਫੋਰਮ ਕਰੋਗੇ ਕਿ ਜਸਟ ਫॉर 에ਅਰਲਾਈਨ ਨਾਲ ਕਰੋਗੇ? ਮੇਰਾ ਖਿਆਲ ਉਹਨਾਂ ਨੂੰ ਕਰਨਾ ਟਾਈਮ ਵੇਸਟ ਕਰਨ ਵਾਲੀ ਗੱਲ ਆ। ਸੋ ਲੀਗਲੀ ਤੌਰ ਤੇ ਨੋਟਿਸ ਜਾਏਗਾ ਤਾਂ ਉਹਦਾ ਪ੍ਰੋਪਰ ਆਨਸਰ ਆਏਗਾ ਕੀ ਆ, ਉਹ ਜਵਾਬ ਦੇਣਾ ਪਊਗਾ ਉਹਨਾਂ ਨੂੰ ਦੱਸਣਾ ਪਊਗਾ। ਇਹਦੇ 'ਚ ਮਾਨਹਾਨੀ ਦਾ ਦਾਅਵਾ ਵੀ ਬਣਦਾ ਹੀ ਤੁਹਾਡੀ ਬੇਸ ਬਣਦਾ ਜੀ, ਬਿਲਕੁਲ ਬਣਦਾ। ਅਸੀਂ ਦੋਹਾਂ ਬ੍ਰਦਰਾਂ ਨੇ ਬਹੁਤ ਇਨਸਲਟ ਫੀਲ ਕੀਤੀ ਆ। ਸਾਨੂੰ 400 ਬੰਦੇ ਦੇ ਸਾਹਮਣੇ ਪੁਲਿਸ ਸੱਦ ਕੇ ਸਾਨੂੰ ਪਲੇਨ ਤੋਂ ਬਾਹਰ ਲੈ ਕੇ ਜਾ ਰਹੇ ਆ। ਸਾਡਾ ਕਸੂਰ ਕੀ ਆ? ਸਾਡਾ ਕਸੂਰ ਇਹ ਆ ਵੀ ਅਸੀਂ ਇਹਨਾਂ ਨੂੰ ਬਿਜ਼ਨਸ ਦਿੱਤਾ। ਮਤਲਬ ਇਸ ਤਰ੍ਹਾਂ ਦਾ ਫਿਰ ਕੋਈ ਬਿਜ਼ਨਸ ਦਊਗਾ, ਇਹ ਤਾਂ ਕੰਮ ਹੀ ਬੜਾ ਵਧੀਆ ਵੀ ਪੈਸੇ ਵੀ ਲਓ ਤੇ ਛਿੱਤਰ ਪਰੇਡ ਵੀ ਕਰੋ। ਫਿਰ ਪਰੇਡ ਵੀ ਕਰੋ ਜਾਂ ਪੰਜਾਬੀ ਦੇ ਵਿੱਚ ਤਾਂ ਇਹੀ ਕਹਿ ਸਕਦੇ। ਨੋ, ਆਪਾਂ ਨਹੀਂ ਇਹ ਚੱਲ ਸਕਦੇ। ਹੋ ਸਕਦਾ ਕਿੰਨੇ ਲੋਕ ਚੁੱਪ ਕਰਕੇ ਕਹਿੰਦੇ ਆ ਵੀ ਚਲੋ ਛੱਡੋ ਪਰੇ ਯਾਰ, ਆਪਾਂ ਪਹੁੰਚਣਾ ਸਾ ਪਹੁੰਚ ਗਏ ਆ,
ਕਿੱਥੇ ਜਾਵਾਂਗੇ, ਸਮਾਂ ਖਰਾਬ ਕਰਾਂਗੇ, ਪੈਸੇ ਹੋਰ ਲਾਵਾਂਗੇ, ਪਰ ਜਿੰਨਾ ਚਿਰ ਇਹਨਾਂ ਦੇ ਨੱਥ ਨਾ ਪਾਵਾਂਗੇ ਤਾਂ ਕਿੱਦਾਂ ਇਹ ਕੰਮ ਚੱਲੇਗਾ। ਕਿਉਂਕਿ ਜ਼ਿਆਦਾਤਰ ਮਿਡਲ ਕਲਾਸ ਹੁੰਦਾ ਜੀ ਬੰਦਾ, ਅਗਲਾ ਕਹਿੰਦਾ ਹੈਂਡ ਟੂ ਮਾਊਥ ਹੁੰਦਾ ਜੀ, ਉਹ ਸੋਚਦਾ ਕੁਦਰਤੀ ਸੁਭਾਵਕ ਆ ਜੀ, ਤੇ ਉਹ ਸੋਚਦਾ ਵੀ ਚਲੋ ਇੱਥੇ ਪਹੁੰਚ ਕੇ ਛੱਡੋ ਪਰੇ, ਕੱਲ ਨੂੰ ਫੇਰ ਜਾਣਾ, ਕਿਉਂਕਿ ਇਹਨਾਂ ਦਾ ਕੀ ਆ, ਕਿਹੜੀ ਧਾਰਾ ਲਾ ਕੇ ਤੁਹਾਡੇ ਨਾਮ ਤੇ ਬਲੈਕ ਆਊਟ ਕਰ ਦੇਣ ਜਾਂ ਉੱਥੇ ਫਲੈਗ ਲਾ ਕੇ ਛੱਡ ਦੇਣ। ਨੇ ਇਸੇ ਕਰਕੇ ਤਾਂ ਆਪਣੇ ਬਾਕੀ ਲੋਕਾਂ ਨੇ ਮੈਨੂੰ ਸਾਥ ਦਿੱਤਾ ਵੀ ਸਾਡੇ ਨੇਮ ਨੰਬਰ ਲੈ ਕੇ ਜਾਓ, ਸਾਡਾ ਸੀਟ ਨੰਬਰ ਲੈ ਕੇ ਜਾਓ, ਵੀ ਜੇ ਤੁਹਾਨੂੰ ਕਦੀ ਵੀ ਕਿਸੇ ਹੈਲਪ ਦੀ ਲੋੜ ਪੈਂਦੀ ਆ ਵੀ ਇਹਨਾਂ ਦਾ ਕੀ ਪਤਾ ਹੀ ਨਹੀਂ ਕੀ ਕਹਿ ਦੇਣਾ ਹੈਗਾ। ਸੋ ਬਾਕੀ ਮੈਂ ਤੁਹਾਨੂੰ ਆਪਣੀ ਵੀਡੀਓ ਵੀ ਦਿਖਾ ਦਊਂਗਾ ਜਿਹੜੀ ਮੇਰੀ ਆਪਣੀ ਕੁੜੀ ਦੇ ਨਾਲ ਕਨਵਰਸੇਸ਼ਨ ਹੋਈ ਸੀਗੀ। ਬਿਲਕੁਲ ਕੋਈ ਵੀ ਲਫ਼ਜ਼ ਵਾਧੂ ਘਾਟੂ ਨਹੀਂਗਾ। ਉਹਨੂੰ ਕੁੜੀ ਨੂੰ ਇਹ ਪੁੱਛਿਆ ਵੀ ਤੁਸੀਂ ਫਲਾਈਟ ਦੇ ਇੰਚਾਰਜ ਹੋ, ਤੁਸੀਂ ਆਪਣਾ ਨਾਮ ਦਿਓ, ਤੁਸੀਂ ਆਪਣਾ ਪੋਜੀਸ਼ਨ ਦੱਸੋ ਕੀ ਆ, ਜਿਹੜਾ ਬੰਦਾ ਮੈਨੂੰ ਥ੍ਰੈਟ ਕਰਦਾ ਹਾ ਉਹ ਕੀ ਆ, ਉਹਦਾ ਨਾਂ ਕੀ ਆ, ਤਾਂ ਉਹਦੀ ਪੋਜੀਸ਼ਨ ਕੀ ਆ। ਸੋ ਉਹ ਇੰਨੀ ਕੁ ਆਪਣੀ ਗੱਲ ਹੋਈ ਆ, ਆਪਾਂ ਨੇ ਕੋਈ ਵਾਧੂ ਘਾਟੂ ਗੱਲ ਨਹੀਂ ਕੀਤੀ। ਇੰਨੇ ਜੀ ਭੜਕ ਗਏ ਬਸ ਇੰਨੇ ਦੇ ਵਿੱਚੇ ਵੀ ਕੋਈ ਬੋਲਦਾ ਨਹੀਂਗਾ, ਤੁਸੀਂ ਕਿਉਂ ਬੋਲਦੇ ਆ। ਤੇ ਕੀ ਤੁਸੀਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਵੀ ਕੱਲ ਨੂੰ ਜਿਵੇਂ ਤੁਸੀਂ ਮੂਹਰੇ ਲੱਗਦੇ ਹੋ ਇੱਕ ਤਰ੍ਹਾਂ ਦੇ, ਮੰਨ ਲਓ ਜੀ ਆਪਾਂ ਇੱਕ ਉਹਨਾਂ ਨੂੰ ਲੀਗਲ ਨੋਟਿਸ ਭੇਜਦੇ ਹਾਂ, ਉਹਦੇ ਬਾਅਦ ਚੋਂ ਤੁਹਾਨੂੰ ਅਗਲਾ ਕਹਿੰਦਾ ਦੱਸੋ ਜੀ ਤੁਹਾਡੇ ਨਾਲ ਹੀ ਹੋਇਆ, ਇਕੱਲਾ ਹੋਰ ਕਿਸੇ ਨਾਲ ਨਹੀਂ ਹੋਇਆ, ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਵੀ ਜੇ ਤੁਸੀਂ ਮੂਹਰੇ ਲੱਗ ਕੇ ਇਹ ਪਹਿਲ ਕਦਮੀ ਕਰਦੇ ਹੋ ਤਾਂ ਕੀ ਲੋਕ ਤੁਹਾਡਾ ਸਾਥ ਦੇਣ, ਕੀ ਲੋਕ ਤੁਹਾਨੂੰ ਫੋਨ ਕਰਨ, ਕੋਈ ਐਸਾ ਫੋਨ ਨੰਬਰ ਜਿਹੜਾ ਛੱਡਣਾ ਚਾਹੋ ਵੀ ਜੇ ਲੋਕ ਕੱਲ ਨੂੰ ਤੁਹਾਨੂੰ ਦੱਸ ਸਕਣ। ਬਿਲਕੁਲ ਜੀ, ਜੇ ਕਿਸੇ ਹੋਰ ਦੇ ਨਾਲ ਵੀ ਇਸ ਤਰ੍ਹਾਂ ਦਾ ਬਿਹੇਵੀਅਰ ਹੋਇਆ ਤਾਂ ਉਹ ਮੇਰੇ ਨਾਲ ਕੰਟੈਕਟ ਕਰਨ। ਮੇਰਾ ਫੋਨ ਨੰਬਰ ਹੈਗਾ 4166663470। ਮੇਰਾ ਨਾਮ ਹੈਗਾ ਨਿਰਮਲ ਮਨਹਾਸ। ਸੋ ਮੇਰੇ ਨਾਲ ਕੰਟੈਕਟ ਕਰ ਸਕਦੇ ਆ, ਆਪਾਂ ਸਾਰੇ ਜਣੇ ਰਲ ਕੇ ਇਹਨਾਂ ਨੂੰ ਕੋਈ ਲੈਸਨ ਦੇ ਸਕੀਏ ਤਾਂ ਕਿ ਜਿਹੜਾ ਵੀ ਕੋਈ ਹੋਰ ਕਿਸੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਹੋ ਸਕੇ। ਬਿਲਕੁਲ। ਪਰ ਗੱਲ ਇਹ ਹੈ ਜੀ ਵੀ ਇਹਦੇ ਵਿੱਚ ਮਤਲਬ ਤੁਸੀਂ ਜ਼ਿਆਦਾ ਦੋਸ਼ ਕਰੂ ਦਾ ਮੰਨਦੇ ਹੋ ਕਿ 에ਅਰਲਾਈਨ ਦਾ ਮੰਨਦੇ ਹੋ? ਮੈਂ ਤਾਂ ਕਹਿੰਦਾ ਦੋਨਾਂ ਦਾ ਹੀ ਆ। ਕਿਉਂਕਿ 에ਅਰਲਾਈਨ ਨੇ ਕਰੂ ਨੂੰ ਸਮਝਾਉਣਾ, ਕਰੂ ਨੇ 에ਅਰਲਾਈਨ ਨੂੰ ਬਿਜ਼ਨਸ ਬਿਲਕੁਲ ਸਮਝਦੇ ਕਿ ਨਹੀਂ। ਜੇ ਸਾਡੇ ਹੁਣ ਬਿਜ਼ਨਸ ਦੇ ਉੱਤੇ ਆ, ਜਿਹੜੇ ਇੱਥੇ ਮੈਂ ਤਾਂ ਹੁਣ ਇੱਥੇ ਰਹਿੰਦਾ ਨਹੀਂਗਾ, ਜਿਹੜੇ ਵਰਕਰ ਆ ਅਸੀਂ ਉਹਨਾਂ ਨੂੰ ਆਪਣੇ ਟੀਚ ਕਰੀਦਾ ਵੀ ਤੁਸੀਂ ਕਸਟਮਰ ਦੀ ਟੇਕ ਕੇਅਰ ਕਿੱਦਾਂ ਕਰਨੀ ਆ। ਹਰ ਟਾਈਮ ਦੀ ਸਿਰ ਤੇ ਥੋੜੀ ਹੋ। ਹਾਂ, ਅਸੀਂ ਸਿਰ ਉਹੀ ਚੀਜ਼ ਆ। ਹੁਣ 에ਅਰਲਾਈਨ ਆ, ਉਹ ਇੰਡੀਆ ਬੰਦੇ ਬੈਠੇ ਆ, ਅਕਸਰ ਸਰਵ ਤਾਂ ਇਹ ਕਰ ਰਹੇ ਲੋਕ ਨਾ ਜਿਹੜੇ ਜਿਨ੍ਹਾਂ ਦੇ ਨਾਲ ਆਪਾਂ ਆਏ ਆ ਜਾਂ ਆਪਾਂ ਜਾਂਦੇ ਆ। ਸੋ ਦੋਨਾਂ ਦਾ ਕਸੂਰ ਆ। ਉਹਨਾਂ ਨੂੰ ਵੀ ਇਹਨਾਂ ਨੂੰ ਟੀਚ ਕਰਨਾ ਚਾਹੀਦਾ, ਕਲਾਸਿਸ ਦੇਣੀਆਂ ਚਾਹੀਦੀਆਂ ਵੀ ਕਿੱਦਾਂ ਕਸਟਮਰ ਸਰਵਿਸ ਦੇਣੀ ਆ। ਔਰ ਦੂਜੀ ਗੱਲ ਆ ਵੀ ਜੇ ਆਪਣੇ ਇਹਨਾਂ ਦੀਆਂ ਸੀਟਾਂ ਟੁੱਟੀਆਂ ਆ, ਕਿਉਂ ਸੈੱਲ ਕਰ ਰਹੇ ਆ? ਜੇ ਉਹਨਾਂ ਨੂੰ ਪਤਾ ਆਪਣੇ ਕੋਲ 30 ਸੀਟਾਂ ਨੇ ਬਿਜ਼ਨਸ ਕਲਾਸ ਦੀਆਂ, 5 ਟੁੱਟੀਆਂ ਆ, 5 ਨਾ ਸੈੱਲ ਕਰਨ। ਬਿਲਕੁਲ, ਤੁਸੀਂ ਰਿਜ਼ਰਵ ਰੱਖ ਦਿਓ। ਆਮ ਵੀ ਵੈਸੇ ਵੀ ਆਮ 에ਅਰਲਾਈਨਾਂ ਇਹੀ ਕਰਦੀਆਂ ਜੀ। ਹਾਂਜੀ, ਪਹਿਲੀ ਤਾਂ ਗੱਲ ਆ ਵੀ ਜੇ ਉਹਨਾਂ ਦੀ ਰਿਪੇਅਰ ਹੋਣੀ ਚਾਹੀਦੀ ਆ, ਪਰ ਜੇ ਇਹਨਾਂ ਨੂੰ ਪਤਾ ਸਾਡੀਆਂ ਸੀਟਾਂ ਟੁੱਟੀਆਂ ਆ ਤਾਂ ਨਾ ਸੈੱਲ ਕਰੋ ਉਹਨੂੰ, 5 ਸੀਟਾਂ ਰਹਿਣ ਦਿਓ ਪਈਆਂ। ਕਿਉਂਕਿ ਆਪਾਂ ਹੋਰ ਵੀ ਗੱਲਾਂ ਸੁਣਦੇ ਨਾ, ਜਦੋਂ ਜਹਾਜ਼ ਇਹ ਟੇਕ ਆਫ ਕਰਦਾ ਉਦੋਂ ਵੀ ਉਹ ਜਿਹੜੀ ਥੜ ਕੰਪਨੀ ਜੀ ਹੁੰਦੀ ਉਹਦੇ 'ਚ ਵੀ ਉਹ ਕਈ ਵਾਰੀ ਖੜਕਦੀਆਂ ਹੁੰਦੀਆਂ ਵਿੰਡੋ ਵਗੈਰਾ, ਉਹਦੇ 'ਚ ਵੀ ਆਪਾਂ ਅੰਦਰ ਜਿਹੜਾ ਸਮਾਨ ਨਹੀਂ, ਇੱਕ ਹੋਰ ਚੀਜ਼ ਆ, ਮੈਂ ਫੋਟੋਆਂ ਕੀਤੀਆਂ ਆ। ਮੇਰਾ ਬ੍ਰਦਰ ਜੇ ਸੀਟ ਤੇ ਬੈਠਾ ਸੀਗਾ, ਨਾ ਡਿਪਾਰਚਰ ਵੇਲੇ ਤਾਂ ਨਾ ਅਰਾਈਵਿੰਗ ਵੇਲੇ, ਉਹਦੇ ਸੀਟ ਬੈਲਟ ਹੀ ਹੈ ਨਹੀਂਗੀ। ਅੱਛਾ, ਉਹ ਸੀਟ ਤੇ ਸੀਟ ਬੈਲਟ ਵੀ ਹੈ ਨਹੀਂ ਜੀ? ਨਹੀਂ, ਬੈਲਟ ਹੈਗੀ, ਲੱਗ ਨਹੀਂ ਰਹੀ, ਮਤਲਬ ਸਟਕ ਹੋਈ ਨਹੀਂ ਗਾਲੀ। ਕਿਉਂਕਿ ਉਹ ਜਿਹੜਾ ਆਪਣੇ ਸੀਟ ਆ ਉਹ ਆਪਣੀ ਪੋਜੀਸ਼ਨ ਚੇਂਜ ਕਰ ਗਈ ਜੋ ਆ, ਤੁਸੀਂ ਸੀਟ ਹੀ ਨਹੀਂ ਲਾ, ਬੈਲਟ ਹੀ ਨਹੀਂ ਲਾ ਸਕਦੇ, ਉਹ ਫਿਰ ਲੌਕ ਹੋ ਜਾਂਦੀ ਆ। ਹਾਂ, ਮੈਂ ਫੋਟੋਆਂ ਕੀਤੀਆਂ ਉਹਦੀਆਂ। ਤੁਸੀਂ ਦੱਸੋ ਵੀ ਇਹ ਸੇਫਟੀ ਹੈਗੀ ਆ? ਜਦੋਂ ਪਲੇਨ ਚੜ੍ਹਦਾ ਜਾਂ ਉਤਰਦਾ ਕਿਸੇ ਵੀ ਪੈਸੇਂਜਰ ਦੇ ਸੀਟ ਬੈਲਟ ਨਾ ਹੋਵੇ। ਮੇਰੇ ਬ੍ਰਦਰ ਦੇ ਬਿਲਕੁਲ ਸੀਟ ਬੈਲਟ ਹੈ ਨਾ ਸਰ, ਜਦ ਕਿ ਇਹ 2-2 ਮਿੰਟ ਬਾਅਦ ਆਉਂਦੇ ਸੀਟ ਬੈਲਟ ਲਾਓ ਜੀ, ਸੀਟ ਬੈਲਟ ਲਾਓ। ਬਿਲਕੁਲ ਹਾਂ। ਤੇ ਉਸ ਟਾਈਮ ਇਹਨਾਂ ਨੂੰ ਜੇ ਪੁੱਛਣ ਵਾਲਾ ਹੋਵੇ ਵੀ ਇਹ ਦੱਸੋ ਹੁਣ ਨਹੀਂ ਲੱਗ ਰਹੀ, ਹੁਣ ਤੁਸੀਂ ਕੀ ਕਹੋਗੇ? ਨਾ, ਮੈਂ ਵੀ ਉਸ ਵੇਲੇ ਕੁੜੀ ਨੂੰ ਪੁੱਛਿਆ ਸੀਗਾ, ਜਿਹੜੀ ਆਈ ਸੀਗੀ ਕੁੜੀ, ਵੀ ਤੁਸੀਂ ਦੱਸੋ ਵੀ ਹੁਣ ਆਪਾਂ ਨੇ ਲੈਂਡ ਕਰਨਾ, ਇਹਦੇ ਸੀਟ ਬੈਲਟ ਨਹੀਂ ਗਈ, ਵੀ ਜੇ ਇਹਦੇ ਨਾਲ ਕੋਈ ਹੈਪਨਿੰਗ ਹੋ ਜਾਵੇ ਕੌਣ ਜ਼ਿੰਮੇਵਾਰ ਆ? ਤੁਸੀਂ ਤਾਂ ਸੌਰੀ ਕਹਿ ਕੇ ਸਾਰ ਦੇਣਾ। ਤੁਸੀਂ ਸੌਰੀ ਕਹਿ ਕੇ ਸਾਰ ਦੇਣਾ। ਫਿਰ ਬੋਲੀ ਨਹੀਂ ਜੀ ਕੋਈ? ਨੋ, ਉਹੀ ਸੌਰੀ ਦੈਟਸ ਇਟ, ਕੋਈ ਆਨਸਰ ਨਹੀਂ ਹੋਰ। ਮਾੜੀ ਗੱਲ ਆ, ਪਰ ਲੋੜ ਆ ਜੀ ਇਹਨਾਂ ਨੂੰ। ਫਿਰ ਇਹ ਜ਼ਰੂਰ ਤੁਸੀਂ ਲੀਗਲ ਐਕਸ਼ਨ ਲਓ ਤੇ ਤੁਹਾਡੇ ਅਸੀਂ ਨਾਲ ਆ ਜੀ, ਤੇ ਨੀਡ ਐਨੀ ਹੈਲਪ ਤੇ ਅਸੀਂ ਤੁਹਾਡੇ ਨਾਲ ਆ, ਕਿਉਂਕਿ ਆਵਾਜ਼ ਚੱਕਣਾ ਹੀ ਸਾਡਾ ਕੰਮ ਆ ਜੀ, ਤੇ ਲੋਕਾਂ ਤੱਕ ਪਹੁੰਚਾਉਣਾ ਤਾਂ ਕਿ ਲੋਕ ਅਵੇਅਰਨੈਸ ਦੇ ਵਿੱਚ ਆਉਣ। ਤਾਂ ਤੁਹਾਨੂੰ ਜੇ ਕੋਈ ਲੋੜ ਆ, ਇੱਕ ਵਾਰੀ ਤੁਸੀਂ ਨੰਬਰ ਆਪਣਾ ਫੇਰ ਦੱਸ ਦਿਓ। 416 666 3470। ਮੇਰਾ ਨਾਮ ਹੈਗਾ ਨਿਰਮਲ ਮਨਹਾਸ। ਧੰਨਵਾਦ ਜੀ। ਤੋ ਤੁਹਾਡਾ ਵੀ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਆਪਣੇ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣ ਲਈ। ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਦੇਖਿਆ, ਇਹ ਸਨ ਨਿਰਮਲ ਮਨਹਾਸ, ਜਿਨ੍ਹਾਂ ਨੇ ਆਪਣੀ ਹੱਡ ਬੀਤੀ ਸਾਡੇ ਨਾਲ ਸਾਂਝੀ ਕੀਤੀ। ਪਰ ਲੋੜ ਹੈ ਕਿਤੇ ਨਾ ਕਿਤੇ ਜਿਹੜੀ 에ਅਰਲਾਈਨ ਨੂੰ ਅਪਗ੍ਰੇਡ ਕਰਨ ਦੀ, ਤਾਂ ਕਿ ਜਿਹੜਾ ਉਹਦੇ 'ਚ ਉਹਦਾ ਕਸਟਮਰ ਆ ਉਹ ਟਿਕਟ ਲੈ ਕੇ ਆਪਣੀ ਇੱਕ ਮਤਲਬ
ਪੂਰੀ ਸ਼ਾਂਤੀ ਨਾਲ ਇੱਥੋਂ ਜਾਣਾ ਚਾਹੁੰਦਾ, ਕਿਉਂਕਿ ਫਲਾਈਟ 15 ਤੋਂ 18 ਘੰਟੇ ਦੀ ਫਲਾਈਟ ਹੁੰਦੀ ਹੈ, ਜਿਸ ਦੇ ਵਿੱਚ ਅੱਜ ਕੱਲ੍ਹ ਤਾਂ ਵਿੱਚ ਸਟੇ ਵੀ ਹੋਣ ਲੱਗ ਗਈ, ਔਰ 18 ਘੰਟੇ ਇੱਕ ਜਗ੍ਹਾ ਤੇ ਬੈਠ ਕੇ ਜਾਣਾ ਬੜਾ ਹੀ ਔਖਾ। ਇਸੇ ਕਰਕੇ ਲੋਕ ਬਿਜ਼ਨਸ ਕਲਾਸ ਸੀਟ ਲੈਂਦੇ ਆ, ਤਾਂ ਕਿ ਉਹਦੇ ਵਿੱਚ ਸੌਂ ਕੇ ਵੀ ਜਾ ਸਕਣ। ਅਲੱਗ-ਅਲੱਗ ਉਹਦੇ 'ਚ ਆਪਣੇ ਜਿਹੜੀਆਂ ਸੀਟਾਂ ਹੁੰਦੀਆਂ, ਕੋਈ ਰਿਵੋਲਵਿੰਗ ਹੁੰਦੀ ਆ, ਕੋਈ ਕਿਸ ਤਰ੍ਹਾਂ ਦੀ, ਕੋਈ ਕਿਸ ਤਰ੍ਹਾਂ ਦੀ, ਅਗਲਾ ਆਪਣੀ ਆਪਣੀ ਪੋਜੀਸ਼ਨ ਦੇ ਹਿਸਾਬ ਨਾਲ ਉਹਨੂੰ ਯੂਜ਼ ਕਰ ਸਕੇ। ਪਰ ਜੋ ਇਹਨਾਂ ਦੇ ਨਾਲ ਹੋਇਆ, ਫਿਊਚਰ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਵੀ ਕਿਸੇ ਦੇ ਨਾਲ ਨਾ ਹੋਵੇ। ਸੋ ਕੈਮਰਾਮੈਨ ਅਨਮੋਲ ਦੇ ਨਾਲ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਮਿਸੀਸਾਗਾ, ਕੈਨੇਡਾ। Please, can you look